ਸਤਿ ਸ੍ਰੀ ਅਕਾਲ। ਜਸ ਪੰਜਾਬੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਗੱਲ ਕਰਾਂਗੇ ਉਸ ਦਰਦ ਦੇ ਬਾਰੇ ਜੋ ਮੁੱਕਿਆ ਹੀ ਨਹੀਂ। 40 ਸਾਲ ਹੋ ਗਏ ਨੇ, ਇਨਸਾਫ ਮਿਲਿਆ ਹੀ ਨਹੀਂ। ਕਈ ਸਰਕਾਰਾਂ ਆਈਆਂ, ਕਈ ਸਰਕਾਰਾਂ ਗਈਆਂ, ਕਦੇ ਰਿਪੋਰਟ ਦੱਬ ਲਈ ਗਈ, ਕਦੇ ਜਸਟਿਸ ਗੁਰਨਾਮ ਸਿੰਘ ਦੇ ਵੱਲੋਂ ਦਿੱਤੀ ਗਈ ਰਿਪੋਰਟ ਅੱਧੀ ਦੱਬ ਲਈ ਗਈ, ਕਦੇ ਪੂਰੇ ਤੱਥ ਸਾਹਮਣੇ ਨਹੀਂ ਆਏ, ਕਦੇ ਕਿਸ ਤਰ੍ਹਾਂ ਦੇ ਨਾਲ, ਕਦੇ ਕਿਸ ਤਰ੍ਹਾਂ ਦੇ ਨਾਲ। ਇਨਸਾਫ ਹੈ ਕਿ ਫਾਟੀ ਹੁੰਦਾ ਗਿਆ। ਅਸੀਂ ਅੱਜ ਗੱਲ ਕਰ ਰਹੇ ਹਾਂ ਨਕੋਦਰ ਕਾਂਡ ਦੀ, ਜਿਸ ਨੂੰ 40 ਸਾਲ ਪੂਰੇ ਹੋ ਗਏ ਨੇ ਤੇ ਹੁਣ ਇਹ ਮੁੱਦਾ ਪੰਜਾਬ ਵਿਧਾਨ ਸਭਾ ਚ ਗੂੰਜਿਆ ਹੈ। लगता है कि इंसाफ की आस बची है। पहला कुछ पॉइंटर्स के जरिए पूरा मसला समझ लेने। पंजाब विधानसभा च गूंजा है नकोदर कांड का मुद्दा। नकोदर कांड की सिलेक्ट कमेटी के जिक्र नाल भंबल पूसा है। पंजाब विधानसभा विच नकोदर कांड की गूंज सुनने को मिली है। नाल ही मौड़ मंडी बंब धमाके ਦਾ ਮੁੱਦਾ ਇੱਕ ਵਾਰ ਫਿਰ ਤੋਂ ਪੰਜਾਬ ਵਿਧਾਨ ਸਭਾ ਚ ਗੂੰਜਿਆ ਹੈ। ਅੱਜ ਦਾ ਮੁੱਦਾ ਹੈ ਨਕੋਦਰ ਕਾਂਡ, ਸੱਚ ਤੇ ਸਿਆਸਤ। ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਦੇ ਵਿੱਚ ਸਿਲੈਕਟ ਕਮੇਟੀ ਬਣੀ ਹੋਈ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਸਾਰੀਆਂ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਾਏ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਏ, ਚਾਹੇ ਕਾਂਗਰਸ ਹੋਵੇ, ਇਸ ਤੋਂ ਪਹਿਲਾਂ ਅਕਾਲੀ ਦਲ। 4 ਫਰਵਰੀ 1986 ਨੂੰ 4 ਸਿੱਖ ਨੌਜਵਾਨ ਸ਼ਹੀਦ ਹੋਏ ਸੀ। ਨਕੋਦਰ ਕਾਂਡ ਦੇ ਪੀੜਤ ਹਾਲੇ ਤੱਕ ਇਨਸਾਫ ਤੋਂ ਵਾਂਝੇ ਨੇ। ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਦਾ ਅੱਧਾ ਹਿੱਸਾ ਗਾਇਬ ਹੈ। ਸਪੈਸ਼ਲ ਸੈਸ਼ਨ ਦੌਰਾਨ ਮੌੜ ਮੰਡੀ ਬੰਬ ਧਮਾਕੇ ਦੀ ਗੂੰਜ ਵੀ ਉੱਠੀ ਹੈ। ਇਹ ਸਪੈਸ਼ਲ ਸੈਸ਼ਨ ਰੱਖਿਆ ਗਿਆ ਸੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬਿੱਲ ਬਣਾਏ ਜਾਣ ਵਾਲੇ। ਇਸੇ ਮੌਕੇ ਤੇ ਨਕੋਦਰ ਗੋਲੀकांड ਅਤੇ ਮੌੜ ਮੰਡੀ ਬੰਬ ਧਮਾਕੇ ਦੀ ਗੂੰਜ ਵੀ ਪੰਜਾਬ ਵਿਧਾਨ ਸਭਾ ਸੁਣਾਈ ਦਿੱਤੀ। ਇੰਦਰਬੀਰ ਸਿੰਘ ਨਿੱਜਰ ਹੁਣਾਂ ਦੇ ਵੱਲੋਂ ਇਹ ਗੱਲ ਤੋਰੀ ਗਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਬੋਲੇ, ਪ੍ਰਤਾਪ ਸਿੰਘ ਬਾਜਵਾ ਵੀ ਬੋਲੇ। ਗੱਲ ਕੀ ਇੱਕ ਦੂਜੇ ਤੇ ਤਲਖ ਕਲਾਮੀਆਂ, ਦੂਸ਼ਣਬਾਜ਼ੀਆਂ ਦਾ ਸਿਲਸਿਲਾ ਜਾਰੀ ਰਿਹਾ। ਤਾਂ ਦੱਸ ਦਈਏ ਕਿ ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ। ਸਾਰੇ ਨੰਬਰਸ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਸ ਤੇ ਤੁਸੀਂ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਸਕਦੇ ਹੋ ਤੇ ਆਪਣੀ ਰਾਏ ਤੁਸੀਂ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਉਸ ਵਕਤ ਦੇ ਗਵਾਹ ਹੋ ਕਿ 1986 ਦੇ ਵਿੱਚ ਕੀ ਹੋਇਆ ਸੀ, ਤਾਂ ਉਹ ਵਰਤਾਰਾ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਆਈਆਂ, ਪੱਲਾ ਝਾੜਿਆ ਤੇ ਉੱਠ ਗਈਆਂ। ਕਾਰਵਾਈ ਦੇ ਨਾਂ ਤੇ ਕਮਿਸ਼ਨ ਬਣਦੇ ਰਹੇ, ਰਿਪੋਰਟਾਂ ਆਉਂਦੀਆਂ ਰਹੀਆਂ, ਪਰ ਹੋਇਆ ਕੀ ਹੈ ਉਹ ਸਭ ਨੂੰ ਪਤਾ ਹੈ। ਉਸ ਵਕਤ ਸੂਬੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਹੋਇਆ ਕਰਦੇ ਸੀ। ਸਵਾਲ ਹੈ ਨਿੱਜਰ ਕਮੇਟੀ ਦਾ ਐਕਸ਼ਨ ਜਾਂ ਸਿਆਸੀ ਰਿਫਲੈਕਸ਼ਨ। ਸਿਆਸਤ ਹੋ ਰਹੀ ਪੂਰੀ, ਹਾਲੇ ਵੀ ਰਿਪੋਰਟ ਕਿਉਂ ਅਧੂਰੀ। 40 ਸਾਲਾਂ ਦਾ ਲੰਮਾ ਵਕਫਾ, ਕਦੋਂ ਖੁੱਲੇਗਾ ਸੱਚ ਦਾ ਸਫਾ। ਕਈ ਸਵਾਲ ਖੜੇ ਹੁੰਦੇ ਨੇ। ਉਸ ਵੇਲੇ ਨਕੋਦਰ ਦੇ ਵਿੱਚ ਜੋ ਹੋਇਆ ਉਹ ਲੂ ਕੰਡੇ ਖੜੇ ਕਰ ਦਿੰਦਾ ਹੈ, ਹਿਰਦੇ ਵਲੂੰਦਾ ਦਿੰਦਾ ਹੈ। ਤੁਹਾਨੂੰ ਲੱਗਦਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਗੂੰਜ ਉੱਠੀ ਹੈ ਨਕੋਦਰ ਕਾਂਡ ਦੀ, ਇਹ 4 ਨੌਜਵਾਨ ਜਿਨ੍ਹਾਂ ਦੀ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਜੋ ਸ਼ਹੀਦ ਹੋ ਗਏ ਸੀ, ਉੱਥੇ ਗੋਲੀ ਲੱਗਣ ਦੇ ਨਾਲ ਸੀਆਰਪੀ ਦੇ ਇੱਕ ਜਵਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਹ ਗੋਲੀ ਚਲਾਉਣ ਦਾ ਹੁਕਮ ਕਿਸਨੇ ਦਿੱਤਾ, ਇਹ ਹਾਲੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ ਹੈ। ਉਹਦੇ ਏਡੀਸੀ ਹੋਇਆ ਕਰਦੇ ਸੀ ਦਰਬਾਰਾ ਸਿੰਘ ਗੁਰੂ ਤੇ ਅਜ਼ਹਰ ਆਲਮ ਸਨ ਐਸਐਸਪੀ, ਜੋ ਹੁਣ ਫੌਤ ਹੋ ਚੁੱਕੇ ਨੇ। ਪਰ ਸਵਾਲ ਇਹ ਹੈ ਕਿ ਇੱਕ ਵਾਰ ਫਿਰ ਤੋਂ ਮਸਲਾ ਗੂੰਜਿਆ ਹੈ। ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਹੋਇਆ ਹੈ। ਬਾਦਲ ਸਰਕਾਰ ਦੇ ਸਮੇਂ ਵੀ ਮਸਲਾ ਉੱਠਿਆ ਤਾਂ ਜਾਂਚ ਰਿਪੋਰਟ ਮੰਗ ਲਈ ਗਈ, ਅੱਧੀ ਰਿਪੋਰਟ ਦੱਬ ਲਈ ਗਈ। ਕੈਪਟਨ ਸਰਕਾਰ ਦੇ ਵੇਲੇ ਵੀ ਮਸਲਾ ਗੂੰਜਿਆ ਸੀ, ਉਹਨਾਂ ਨੇ ਜਾਂਚ ਦੇ ਹੁਕਮ ਦਿੱਤੇ।
पर हुण सवाल यह है कि हुण आम आदमी पार्टी की सरकार है कि हुण सच सामने आएगा, कि इंसाफ पीड़ितां नूं मिलेगा, कि शहीदां नूं इंसाफ मिलेगा जो बैठे था गुरु साहिब की बेअदबी के विरोध विच सी। ਉਹ ਅੰਗ ਲੈਣਾ ਚਾਹੁੰਦੇ ਸੀ ਗੁਰੂ ਘਰ ਦੇ ਵਿੱਚੋਂ, ਜੋ ਅੰਗ ਚੋਰੀ ਕਰਕੇ ਫਾੜੇ ਗਏ ਸੀ, ਉਹਨਾਂ ਦਾ ਅੰਤਮ ਸੰਸਕਾਰ ਕਰਨਾ ਚਾਹੁੰਦੇ ਸੀ, ਦਾਹ ਸੰਸਕਾਰ ਕਰਨਾ ਚਾਹੁੰਦੇ ਸੀ। ਸ਼ਾਂਤਮਈ ਢੰਗ ਦੇ ਨਾਲ ਸੰਗਤ ਇੱਥੇ ਪ੍ਰਦਰਸ਼ਨ ਕਰ ਰਹੀ ਸੀ। ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚੋਂ ਸਰੂਪ ਚੋਰੀ ਹੋਏ ਸੀ, ਪਰ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੰਗਤ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਆਂ ਸਿੱਧਾ ਉਹਨਾਂ ਦੇ ਸੀਨੇ ਤੇ ਮਾਰੀਆਂ ਗਈਆਂ ਜਾਂ ਫਿਰ ਅਜਿਹੇ ਬੋਡੀ ਪਾਰਟਸ ਤੇ ਮਾਰੀਆਂ ਗਈਆਂ ਜਿੱਥੇ ਜਾਨ ਬੜੀ ਆਸਾਨੀ ਦੇ ਨਾਲ ਤੇ ਬੜੀ ਜਲਦੀ ਦੇ ਨਾਲ ਜਾ ਸਕਦੀ ਸੀ। ਆਮ ਕਰਕੇ ਜਿਹੇ ਮਸਲਿਆਂ ਦੇ ਵਿੱਚ ਏਦਾਂ ਹੁੰਦਾ ਹੈ ਕਿ ਜੇਕਰ ਪੁਲਿਸ ਨੂੰ ਗੋਲੀ ਚਲਾਉਣ ਦੀ ਲੋੜ ਵੀ ਪੈਂਦੀ ਹੈ ਤਾਂ ਵਿਦ ਪਰਮਿਸ਼ਨ ਬੋਡੀ ਦੇ ਹੇਠਲੇ ਪਾਰਟਸ ਤੇ ਗੋਲੀਆਂ ਚਲਾ ਸਕਦੀਆਂ ਨੇ, ਲੱਤ ਤੇ, ਗੋਡੇ ਤੇ, ਤਾਂ ਜੋ ਕਿਸੇ ਦੀ ਜਾਨ ਨਾ ਜਾਵੇ। ਪਰ ਇਸ ਮਾਮਲੇ ਦੇ ਵਿੱਚ ਅਜਿਹਾ ਨਹੀਂ ਹੋਇਆ। ਇੰਨਾ ਹੀ ਨਹੀਂ, ਸ਼ਹੀਦਾਂ ਦੇ ਮਾਪਿਆਂ ਨੂੰ ਉਸ ਹੱਦ ਤੱਕ ਖੱਜਲ ਖੁਆਰ ਕੀਤਾ ਗਿਆ, ਉਹਨਾਂ ਦੀਆਂ ਡੈਡ ਬਾਡੀਜ਼ ਤੱਕ ਨਹੀਂ ਦਿੱਤੀਆਂ ਗਈਆਂ। ਅੰਤਮ ਸੰਸਕਾਰ ਲਾਵਾਰਿਸ ਕਹਿ ਕੇ ਕਰ ਦਿੱਤਾ ਗਿਆ। ਕੋਈ ਅੰਤਮ ਰਸਮਾਂ ਦਾ ਧਿਆਨ ਨਹੀਂ ਰੱਖਿਆ ਗਿਆ। ਜਿਵੇਂ ਲਾਵਾਰਿਸ ਹੈ, ਜਿਵੇਂ ਪੁਲਿਸ ਸੰਸਕਾਰ ਕਰਦੀ ਹੈ, ਉਸੇ ਤਰੀਕੇ ਨਾਲ ਸੰਸਕਾਰ ਕਰ ਦਿੱਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਪਰਿਵਾਰਕ ਮੈਂਬਰ ਬੇਹੱਦ ਪਰੇਸ਼ਾਨ ਨੇ ਕਿਉਂਕਿ ਇਨਸਾਫ ਨਹੀਂ ਮਿਲਿਆ ਹੈ। ਸੂਬੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਸਰਕਾਰ ਹੋਵੇ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਵਾਰ-ਵਾਰ ਇਹ ਮੁੱਦਾ ਤਾਂ ਉੱਠਿਆ ਪਰ ਇਨਸਾਫ ਨਹੀਂ ਉੱਠਿਆ। ਹੁਣ ਆਮ ਆਦਮੀ ਪਾਰਟੀ ਨੇ ਜਦੋਂ ਇਹ ਮੁੱਦਾ ਚੁੱਕਿਆ ਹੈ ਤਾਂ ਇਸ ਦੀ ਟਾਈਮਿੰਗ ਤੇ ਵੀ ਸਵਾਲ ਖੜੇ ਹੋਏ ਨੇ, ਕਿਉਂਕਿ 4.5 ਸਾਲ ਹੋ ਚੁੱਕੇ ਨੇ ਸਰਕਾਰ ਬਣਿਆ ਨੂੰ ਔਰ 6 ਮਹੀਨੇ ਰਹਿੰਦੇ ਨੇ ਹੋਰ ਵੋਟਾਂ ਦੇ। ਤਾਂ ਇਸ ਵਕਤ ਆ ਕੇ ਮੁੱਦਾ ਕਿਉਂ ਚੁੱਕਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲਾਂ ਨਕੋਦਰ ਗੋਲੀकांड ਬਾਰੇ ਨਹੀਂ ਸੀ ਪਤਾ? ਸਵਾਲ ਇਹ ਵੀ ਹੈ। ਸਵਾਲ ਇਹ ਵੀ ਹੈ ਕਿ ਵਾਕਿਆ ਹੀ ਹੁਣ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾ ਦੇਗੀ ਨਕੋਦਰ ਗੋਲੀकांड ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ, ਕਿ ਵਾਕਿਆ ਹੀ ਉਹਨਾਂ ਨੂੰ ਇਨਸਾਫ ਮਿਲੇਗਾ ਜਾਂ ਫਿਰ ਸਿਰਫ ਸਿਆਸਤ ਹੀ ਖੇਡੀ ਜਾ ਰਹੀ ਹੈ। ਵੋਟਾਂ ਨੇੜੇ ਨੇ, ਵੋਟਾਂ ਲੈ ਲਓ, ਵੋਟਾਂ ਦਾ ਧਰੁਵੀਕਰਨ ਕਰ ਲਓ, ਅਸਲ ਦੂਸਰੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਦਿਓ, ਕਿ ਇਹੀ ਇੱਕ ਤਰ੍ਹਾਂ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਰਹਿ ਗਈ ਹੈ। ਨਕੋਦਰ ਗੋਲੀकांड ਦੇ ਨਾਲ ਤੁਹਾਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀकांड ਦੀ ਯਾਦ ਆਈ ਹੋਏਗੀ, ਬੇਅਦਬੀ ਕਾਂਡ ਦੀ ਯਾਦ ਆਈ ਹੋਏਗੀ। ਇਹ ਗੋਲੀकांड ਬਿਲਕੁਲ ਉਸੇ ਤਰ੍ਹਾਂ ਦੇ ਨਾਲ ਮਿਲਦਾ ਜੁਲਦਾ ਹੈ ਜੋ 2015 ਦੇ ਵਿੱਚ ਬਹਿਬਲ ਕਲਾਂ ਚ ਹੋਇਆ ਸੀ। ਉਦੋਂ ਵੀ ਗੁਰੂ ਘਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਚੋਰੀ ਕੀਤੇ ਗਏ, ਫਾੜ ਕੇ ਬਰਗਾੜੀ ਦੇ ਇੱਕ ਸਕੂਲ ਦੀ ਕੰਧ ਨਾਲ ਕੂੜੇ ਦੇ ਢੇਰ ਤੇ ਸੁੱਟ ਦਿੱਤੇ ਗਏ। ਸਿੱਖ ਸੰਗਤ ਨੇ ਦੇਖੇ, ਨਿਰਾਸ਼ਾ ਪਾਈ ਗਈ, ਸਿੱਖ ਸੰਗਤ ਗੁੱਸੇ ਦੇ ਵਿੱਚ ਆਈ, ਉਹਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਇੱਕ ਧਰਨਾ ਪ੍ਰਦਰਸ਼ਨ ਕੋਟਕਪੂਰਾ ਵਿਖੇ ਚੱਲਿਆ, ਬੱਤੀਆਂ ਵਾਲੇ ਚੌਂਕ ਤੇ, ਜਿਸ ਨੂੰ ਗੋਲ ਚੌਂਕ ਵੀ ਆਖਿਆ ਜਾਂਦਾ ਹੈ। ਦੂਸਰਾ ਧਰਨਾ ਪ੍ਰਦਰਸ਼ਨ ਚੱਲਿਆ ਜੀ ਬਹਿਬਲ ਕਲਾਂ ਵਿਖੇ। ਦੋਨਾਂ 'ਚ ਹੀ ਗੋਲੀ ਚੱਲੀ। ਬਹਿਬਲ ਕਲਾਂ 'ਚ ਹੋਏ ਧਰਨਾ ਪ੍ਰਦਰਸ਼ਨ ਦੌਰਾਨ 2 ਸਿੱਖ ਨੌਜਵਾਨਾਂ ਦੀ ਚਲੀ ਗਈ ਜਾਨ ਚਲੀ ਗਈ, ਗੁਰਜੀਤ ਸਿੰਘ ਅਤੇ ਹਰਕ੍ਰਿਸ਼ਨ ਭਗਵਾਨ ਸਿੰਘ। ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹਾਲੇ ਤੱਕ ਇਨਸਾਫ ਦੇ ਲਈ ਭੜਕ ਰਹੇ ਨੇ, ਇਨਸਾਫ ਨਹੀਂ ਮਿਲਿਆ। ਕੋਟਕਪੂਰੇ ਵੀ ਗੋਲੀਆਂ ਚਲਾਈਆਂ ਗਈਆਂ ਸੰਗਤ ਨੂੰ ਤਿੱਤਰ ਬਿੱਤਰ ਕਰਨ ਦੇ ਲਈ। ਕਈ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ, ਉਹ ਹਾਲੇ ਤੱਕ ਲੰਗੜਾ ਕੇ ਤੁਰਦੇ ਨੇ। ਉਹਨਾਂ ਦਾ ਜੀਵਨ ਤਬਾਹ ਕਰ ਦਿੱਤਾ ਗਿਆ ਪੁਲਿਸ ਦੀਆਂ ਗੋਲੀਆਂ ਦੇ ਨਾਲ। ਪਰ ਸਵਾਲ ਇਹ ਹੈ ਕਿ ਦਹਾਕੇ ਬੀਤ ਰਹੇ ਨੇ, ਇਨਸਾਫ ਕਦੋਂ? ਸਵਾਲ ਇਹ ਵੀ ਹੈ ਕਿ ਗੋਲੀਆਂ ਚਲਾਈਆਂ ਤਾਂ ਕਿਹਦੇ ਹੁਕਮ ਦੇ ਨਾਲ ਚਲਾਈਆਂ ਗਈਆਂ? ਆਮ ਕਰਕੇ ਗੋਲੀਆਂ ਕਿਸੇ ਅਫੀਸ਼ੀਅਲ ਦੇ ਹੁਕਮ ਤੋਂ ਬਿਨਾਂ ਨਹੀਂ ਚਲਾਈਆਂ ਜਾ ਸਕਦੀਆਂ। ਚਾਹੇ ਨਕੋਦਰ ਗੋਲੀकांड ਹੋਵੇ ਜਾਂ ਫਿਰ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਹੋਵੇ, ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ? ਔਰ ਦੋਹੇ ਵੇਲੇ ਸੂਬੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਪਰ ਮੁੱਖ ਮੰਤਰੀ ਵੱਖ ਸੀ। ਕਿਉਂਕਿ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ 1986 ਵੇਲੇ ਜਦੋਂ ਨਕੋਦਰ ਗੋਲੀकांड ਹੋਇਆ। ਫਿਰ 2015 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਇਆ ਕਰਦੇ ਸੀ। ਉਦੋਂ ਬਠਿੰਡਾ ਦੇ ਵਿੱਚ ਕਿਸਾਨਾਂ ਦਾ ਧਰਨਾ ਵੀ ਚੱਲ ਰਿਹਾ ਸੀ। ਲੋਕ ਉੱਥੇ ਇਕੱਠੇ ਹੋਏ ਸੀ। ਜਿਵੇਂ ਗੋਲੀकांड ਦਾ ਪਤਾ ਚੱਲਿਆ ਤਾਂ ਧਰਨਾ ਵੀ ਖਿੰਡਰ ਪੁੰਡਰ ਗਿਆ ਸੀ।
40 ਸਾਲ ਦਾ ਦਰਦ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹਮਦਰਦ ਬਣੇਗੀ। ਇਸ ਨੂੰ ਲੈ ਕੇ ਅਸੀਂ ਸਵਾਲ ਅੱਜ ਖੜਾ ਕਰ ਰਹੇ ਹਾਂ। ਕੀ ਤੁਹਾਨੂੰ ਲੱਗਦਾ ਹੈ ਕਿ ਹੁਣ 40 ਸਾਲਾਂ ਦੇ ਲੰਮੇ ਵਕਫੇ ਦੇ ਬਾਅਦ ਸਿੱਖਾਂ ਨੂੰ ਇਨਸਾਫ ਮਿਲੇਗਾ, ਪੀੜਤਾਂ ਨੂੰ ਇਨਸਾਫ ਮਿਲੇਗਾ? ਇੱਕ ਬ੍ਰੇਕ ਤੇ ਰੁਕਾਂਗੇ, ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ, ਤੁਸੀਂ ਇਸ ਵਕਤ ਫੋਨ ਕਰਕੇ ਪ੍ਰੋਗਰਾਮ ਦੇ ਵਿੱਚ ਲਾਈਵ ਜੁੜ ਸਕਦੇ ਹੋ ਤੇ ਆਪਣੀ ਰਾਏ ਦੇ ਸਕਦੇ ਹੋ। ਅਸੀਂ ਗੱਲ ਅੱਜ ਨਕੋਦਰ ਸਾਕੇ ਦੀ ਕਰ ਰਹੇ ਹਾਂ। ਹੁਣ ਸਵਾਲ ਇਹ ਹੈ ਕਿ ਵਾਕਿਆ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੀੜਤਾਂ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਹੈ? ਦੂਜਾ ਸਵਾਲ ਇਹ ਹੈ ਕਿ ਇਲੈਕਸ਼ਨ ਹੋਣ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਹੈ, ਕਿ ਕਮੇਟੀ ਆਪਣੀ ਜਾਂਚ ਕੰਪਲੀਟ ਕਰ ਲੇਗੀ? 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ, ਫਿਰ ਇੰਨੇ ਥੋੜੇ ਸਮੇਂ ਦੇ ਵਿੱਚ ਸਰਕਾਰ ਕਿਵੇਂ ਇਨਸਾਫ ਦਿਵਾਏਗੀ? ਸਵਾਲ ਇਹ ਵੀ ਹੈ ਕਿ 4.5 ਸਾਲ ਸਰਕਾਰ ਸੁੱਤੀ ਹੋਈ ਸੀ। 4.5 ਸਾਲ ਤੱਕ ਸਰਕਾਰ ਨੇ ਕੁਝ ਕਿਉਂ ਨਹੀਂ ਕੀਤਾ? ਹੁਣ ਜਦੋਂ 2027 ਦੀਆਂ ਚੋਣਾਂ ਨੇੜੇ ਆਈਆਂ ਨੇ ਤਾਂ ਸਰਕਾਰ ਇਸ ਵੇਲੇ ਮੁੱਦਾ ਕਿਉਂ ਚੁੱਕ ਰਹੀ ਹੈ? ਕੀ ਸਰਕਾਰ ਦੀ ਕੋਈ ਪਾਲਿਸੀ ਹੈ ਕਿ ਵੋਟਾਂ ਨੂੰ ਇਕੱਠਾ ਕਰਨ ਦੇ ਲਈ ਸਰਕਾਰ ਅਜਿਹਾ ਕਰ ਰਹੀ ਹੈ? ਸੇਮ ਹੀ ਕੋਟਕਪੂਰਾ ਬੇਅਦਬੀ ਕਾਂਡ ਦੇ ਲਈ ਹੈ, ਗੁਰੂ ਸਾਹਿਬ ਦੀ ਬੇਅਦਬੀ ਦੇ ਲਈ ਹੈ ਕਿ 4.5 ਸਾਲ ਤੱਕ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ? ਹੁਣ ਆ ਕੇ ਕਾਨੂੰਨ ਬਣਾਇਆ ਗਿਆ, ਉਹ ਵੀ ਹਲੇ ਪੂਰਾ ਨਹੀਂ ਹੈ, ਉਸਤੇ ਰਾਜਪਾਲ ਦੀ ਮੋਹਰ ਲੱਗਣੀ ਹੈ, ਪਾਪ ਸਹੀ ਬਚਣੀ ਹੈ, ਦਸਤਖਤ ਹੋਣੇ ਨੇ। ਸਵਾਲ ਇਹ ਹੈ ਕਿ ਸਭ ਕੁਝ ਕਰਕੇ ਸਰਕਾਰਾਂ ਕੀ ਸਾਬਤ ਕਰਨਾ ਚਾਹੁੰਦੀਆਂ ਨੇ? ਸਭ ਤੋਂ ਵੱਡਾ ਸਵਾਲ ਕਿ ਵਾਕਿਆ ਹੀ ਆਮ ਆਦਮੀ ਪਾਰਟੀ ਕਾਮਯਾਬ ਹੋਏਗੀ 86 ਦੇ ਨਕੋਦਰ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ? ਨਕੋਦਰ ਕਾਂਡ 1986 ਚ ਹੋਇਆ ਸੀ, 40 ਵਰੇ ਹੋ ਗਏ ਨੇ ਇਸ ਕਾਂਡ ਨੂੰ। ਹੋਇਆ ਕੀ ਹੈ? ਕੁਝ ਵੀ ਨਹੀਂ। ਮਾਪੇ ਭੈਣ ਭਰਾ ਭਟਕ ਰਹੇ ਨੇ ਕਿ ਉਹਨਾਂ ਦੇ ਆਪਣਿਆਂ ਨੂੰ ਇਨਸਾਫ ਮਿਲੇ, ਪਰ ਹਾਲੇ ਤੱਕ ਇਨਸਾਫ ਦੂਰ ਦੂਰ ਤੱਕ ਨਹੀਂ ਹੈ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਪਰ ਇਨਸਾਫ, ਜਸਟਿਸ ਕਿਧਰੇ ਨਹੀਂ ਮਿਲਿਆ। ਨਕੋਦਰ ਗੋਲੀकांड, ਜਿਸ ਨੂੰ ਸਾਕਾ ਨਕੋਦਰ ਵੀ ਆਖਿਆ ਜਾਂਦਾ ਹੈ, 4 ਫਰਵਰੀ 1986 ਨੂੰ ਵਾਪਰਿਆ ਸੀ। ਹੁਣ ਕਈ ਜਿਹੜੀਆਂ ਕਾਰਵਾਈਆਂ ਨੇ 1987 ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਦੇ ਦਿੱਤੀ ਸੀ ਜਾਂਚ ਕਰਕੇ। ਉਸ ਤੋਂ ਬਾਅਦ ਇਹ ਰਿਪੋਰਟ ਹੈ ਜਿਹੜੀ ਦੱਬੀ ਗਈ। ਫਿਰ ਕੀ ਹੋਇਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ, ਕੁਝ ਕਾਰਵਾਈਆਂ ਉਦੋਂ ਕੀਤੀਆਂ ਗਈਆਂ। ਜਦੋਂ ਸਰਕਾਰ ਆਈ ਪ੍ਰਕਾਸ਼ ਸਿੰਘ ਬਾਦਲ ਦੀ, ਉਦੋਂ ਕੁਝ ਕਾਰਵਾਈਆਂ ਹੋਈਆਂ, ਸੈਸ਼ਨ ਸੱਦਿਆ ਗਿਆ ਅਤੇ 2001 ਦੇ ਵਿੱਚ ਇਲਜ਼ਾਮ ਲੱਗੇ ਸੀ। ਤਾਂ ਸਾਡੇ ਨਾਲ ਕਾਲਰਸ ਫੋਨ ਲਾਈਨ ਦੇ ਜ਼ਰੀਏ ਜੁੜਨਾ ਸ਼ੁਰੂ ਹੋ ਗਏ ਨੇ, ਗੱਲਬਾਤ ਕਰ ਲੈਣੇ ਆ। ਹੈਲੋ। ਪੁੱਤ ਕਰਨਗੇ ਜਾਂ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਬੰਦੇ ਅਦਾਲਤ 'ਚ ਖੜੇ ਖੜੇ ਬਿਰਖ ਹੋ ਗਏ, ਫੈਸਲੇ ਸੁਣਦੇ ਆ ਸੁੱਕ ਗਏ। ਇਹਨਾਂ ਨੂੰ ਕੋਲ ਉਚੜੇ ਕਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਦੂਸਰੇ ਪਾਸੇ ਟੰਗੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜ੍ਹ ਲੈਣਗੇ। ਇੱਥੇ ਰਾਜ ਵੀ ਬਦਲੇ, ਸੂਰਜ ਚੜ੍ਹੇ ਵੀ ਲੱਥੇ ਤਾਂ ਇਨਸਾਫ ਫਿਰ ਵੀ ਨਹੀਂ ਮਿਲਿਆ। ਸਹੀ ਗੱਲ। ਇਸ ਕਰਕੇ ਸਾਰੀ ਗੱਲ ਦਾ ਸਾਰ ਆ ਜਾਂਦਾ ਹੈਗਾ। ਤੁਹਾਨੂੰ ਕੀ ਲੱਗਦਾ ਸੀ ਇਸ ਸਭ ਦੇ ਵਿੱਚ? ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੁਣ ਕਹਿ ਰਹੀ ਹੈ, ਇੱਕ ਸਿਲੈਕਟ ਕਮੇਟੀ ਬਣਾਈ ਹੈ, ਆਮ ਆਦਮੀ ਪਾਰਟੀ ਕਾਮਯਾਬ ਹੋਏਗੀ ਇਨਸਾਫ ਦੇਣ ਲਈ ਜਾਂ ਇੱਕ ਪੋਲੀਟੀਕਲ ਜਿਹੜਾ ਹੈ ਪ੍ਰੋਪੇਗੈਂਡਾ ਹੀ ਹੈ? ਵੀ ਦੇਖੋ, ਆਮ ਆਦਮੀ ਪਾਰਟੀ ਦਾ ਟਰੈਕ ਰਿਕਾਰਡ ਹੈ ਉਹ ਕੋਈ ਇੰਨਾ ਚੰਗਾ ਨਹੀਂ ਪਿਛਲੇ 4 ਸਾਲਾਂ ਦਾ। ਬੜੀਆਂ ਗੱਲਾਂ ਉਹਨਾਂ ਨੇ ਕਹੀਆਂ, ਬੜੀਆਂ ਗੱਲਾਂ ਤੋਂ ਬਾਅਦ ਉਹਨਾਂ ਨੇ ਯੂ ਟਰਨ ਮਾਰੇ। ਬਿਲਕੁਲ। ਤੇ ਹੁਣ ਇਲੈਕਸ਼ਨ ਨੂੰ ਦੇਖ ਕੇ ਕਿ ਇਲੈਕਸ਼ਨ ਸਟੰਟ ਕਿਹਾ ਜਾ ਸਕਦਾ ਹੈਗਾ। ਅਗਰ ਇਨਸਾਫ ਕਰਨ ਦੀ ਇਹਨਾਂ ਦੀ ਬਿਲਕੁਲ ਨੀਅਤ ਸਾਫ਼ ਹੁੰਦੀ ਤਾਂ ਇਹਨਾਂ ਨੂੰ ਪਹਿਲੇ ਦਿਨ ਸਭ ਤੋਂ ਪਹਿਲਾ ਮੁੱਦਾ ਇਹੀ ਲੈਣਾ ਚਾਹੀਦਾ ਸੀ ਜੋ ਸਰਕਾਰ ਬਣੀ ਸੀ। ਬਿਲਕੁਲ। 4.5 ਸਾਲਾਂ ਬਾਅਦ ਸਰਕਾਰ ਚੱਲਦੀ ਹੈ। ਹਾਂਜੀ, ਤੇ ਮਤਲਬ ਇਨਕੁਆਇਰੀ ਬਿਠਾ ਦੇਣਗੇ, ਇਨਕੁਆਇਰੀ ਬਿਠਾ ਦੇ 6-7 ਮਹੀਨੇ ਦਾ ਰਿਹਾ, ਤਦ ਤੱਕ ਆਪਣਾ ਕੋਡ ਆਫ ਕੰਡਕਟ ਲੱਗ ਜਾਣਾ ਹੈਗਾ। ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਇਹਨਾਂ ਨੇ ਕਹਿਣਾ ਜੀ ਕੋਡ ਆਫ ਕੰਡਕਟ ਹੈ, ਉਸ ਤੋਂ ਬਾਅਦ ਕਿਹੜੀ ਸਰਕਾਰ ਆਉਣੀ ਤੇ ਕਿਹੜੀ ਜਾਣੀ ਕਿਸੇ ਨੂੰ ਨਹੀਂ ਪਤਾ। ਬਿਲਕੁਲ। ਕੀ ਲੱਗਦਾ ਸਰ ਕਿ ਲੋਕਾਂ ਨੂੰ ਸਿਰਫ ਸਰਕਾਰਾਂ ਦੇ ਇਸ ਮਸਲਿਆਂ ਤੇ ਜਾਂ ਕੋਟਕਪੂਰਾ ਬਾਈਬਲ ਕਲਾਂ ਗੋਲੀकांड ਮਸਲਿਆਂ ਤੇ, ਬੇਅਦਬੀ ਮਸਲਿਆਂ ਤੇ ਸਰਕਾਰਾਂ ਲੋਕਾਂ ਨੂੰ ਮੂਰਖ ਹੀ ਬਣਾਉਂਦੀਆਂ ਆਈਆਂ ਨੇ?
हाँ जी, जिन्नियां भी अगे तक होइयां इन्होंने कोई किसी भी सरकार ने कोई इनिशिएटिव नहीं लिया, ज्यादा ने कोई इसदा मतलब ਕੀਤਾ ਨੀਗਾ। ਜਿਹੜੇ ਇੱਥੇ ਜਿਹੜੇ ਆਪਣਾ ਇੱਕ ਸਿੰਘ ਜਿਹੜੇ ਸ਼ਹੀਦ ਹੋਏ ਸੀਗੇ, ਉਹਨਾਂ ਦੇ ਬ੍ਰਦਰ ਸਾਡੇ ਘਰ ਦੇ ਬਿਲਕੁਲ ਨਾਲ ਰਹਿੰਦੇ ਨੇ। ਉਹ ਅਕਸਰ ਸਾਨੂੰ ਮਿਲਦੇ ਰਹਿੰਦੇ ਨੇ ਤੇ ਉਹ ਆਪਣੀ ਸਾਰੀ ਦਾਸਤਾਂ ਸੁਣਾਉਂਦੇ ਰਹਿੰਦੇ ਨੇ। ਤੇ ਇੱਥੋਂ ਵੀ ਅਮਰੀਕਾ ਦੇ ਵਿੱਚੋਂ ਵੀ ਕਾਫੀ ਕੋਸ਼ਿਸ਼ ਕੀਤੀ, ਗੁਰੂ ਘਰਾਂ ਦੇ ਵਿੱਚੋਂ ਆਪਣਾ ਮੈਮੋਰੈਂਡਮ ਵੀ ਭੇਜਿਆ, ਪਰ ਫਿਰ ਵੀ ਕੋਈ ਅਸਰ ਨਹੀਂ ਹੋਇਆ। ਤੇ ਫਿਰ ਮਤਲਬ ਜਿਹੜੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅਸਰ ਨਹੀਂ ਹੋਇਆ ਇੰਨੇ ਸਮੇਂ ਤੱਕ। ਤੇ ਹੁਣ ਤੁਸੀਂ ਇੰਨੇ ਸਮੇਂ ਬਾਅਦ ਤਾਂ ਕੋਈ ਉੱਥੇ ਜਿਹੜੇ ਸਬੂਤ ਹੈ ਉਹ ਵੀ ਪਤਾ ਨਹੀਂ ਕੀ ਖੁਰਦ-ਬੁਰਦ ਕਰਤੇ ਹੋਣਗੇ ਜਾਂ ਕੀ ਕੀਤਾ ਹੋਵੇਗਾ, ਕੋਈ ਨਹੀਂ ਜਾਣਦਾ। ਇੱਕ ਸਵਾਲ ਸਰ ਮੇਰਾ ਹੋਰ ਹੈ, ਇਹ ਗੱਲ ਬਾਰ-ਬਾਰ ਸਾਹਮਣੇ ਆਉਂਦੀ ਹੈ ਕਿ 3 ਨੌਜਵਾਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ 1986 ਦੇ ਵਿੱਚ, ਔਰ ਇੱਕ ਨੌਜਵਾਨ ਜਿਸ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ, ਉਸ ਨੂੰ ਪੁਲਿਸ ਦੀ ਹਿਰਾਸਤ ਵਿੱਚ ਬਿਲਕੁਲ ਨੇੜਿਓਂ ਗੋਲੀ ਮਾਰੀ ਗਈ ਸੀ, ਕਤਲ ਕੀਤਾ ਗਿਆ ਸੀ। ਕੀ ਇਸ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਦਰਸ਼ਕਾਂ ਨੂੰ? ਹਾਂ ਦੇਖੋ, ਜਿਹੜੇ ਆਪਣਾ ਉਹ ਸਾਰਾ ਸੀਗਾ ਤਾਂ ਵੀ ਬਿਲਕੁਲ ਫੈਬਰੀਕੇਟਡ ਸਾਰਾ ਕਹਾਣੀ ਜਿਹੜੀ ਸੀ ਇਹਨਾਂ ਦੀ। ਤੇ ਉਹਦੇ ਵਿੱਚ ਮਤਲਬ ਪੁਲਿਸ ਦੀ ਬਹੁਤ ਬੁਰੀ ਚਾਲਟੀ ਸੀ, ਉਸ ਵੇਲੇ ਸਰਕਾਰ ਦੀ ਵੀ ਗਲਤੀ ਸੀਗੀ। ਚਲੋ ਜੇ ਪੁਲਿਸ ਨੇ ਗਲਤੀ ਕੀਤੀ, ਸਰਕਾਰਾਂ ਦੇ ਕੰਮ ਹੁੰਦੇ ਆ ਕਿ ਉਹ ਪੁਲਿਸ ਕਰਮੀਆਂ ਨੂੰ ਉੱਤੇ ਕ੍ਰਿਮੀਨਲ ਚਾਰਜਸ ਲਾਉਣ ਤੇ ਉਹਨਾਂ ਨੂੰ ਜੇਲ੍ਹਾਂ ਤੇ ਭੇਜਣ, ਤਾਂ ਉਹਨਾਂ ਦਾ ਜੋ ਵੀ ਹੈ ਕਾਨੂੰਨੀ ਕਾਰਵਾਈ ਹੋਵੇ। ਪਰ ਉਸ ਤਰ੍ਹਾਂ ਦੀ ਤਾਂ ਕੋਈ ਚੀਜ਼ ਦਿਸੀ ਨਹੀਂ ਕਿਸੇ ਵੀ ਵੇਲੇ। ਬਿਲਕੁਲ। ਤੇ ਫਿਰ ਤੁਸੀਂ ਤੇ ਸਰਕਾਰਾਂ ਤੋਂ ਆਪਾਂ ਕੀ ਆਸ ਉਮੀਦ ਰੱਖਾਂਗੇ? ਬਿਲਕੁਲ ਜੀ, ਬਿਲਕੁਲ। ਕਹਿੰਦੇ ਨੇ ਕਿ ਸੀਆਰਪੀਐਫ ਦਾ ਜਵਾਨ ਸੀ ਜਿਸਨੇ ਗੋਲੀਆਂ ਚਲਾਈਆਂ। ਉਦੋਂ ਦਰਬਾਰਾ ਸਿੰਘ ਗੁਰੂ ਏਡੀਸੀ ਹੋਇਆ ਕਰਦੇ ਸੀ, ਅਜ਼ਹਰ ਆਲਮ ਐਸਐਸਪੀ ਸੀ ਜੋ ਹੁਣ ਫੌਤ ਹੋ ਚੁੱਕੇ ਨੇ। ਜ਼ਿੰਮੇਵਾਰੀ ਤਾਂ ਸਭ ਦੀ ਕਲੈਪ ਚ ਬਣਦੀ ਸੀ ਕਿ ਪਤਾ ਲਗਾਇਆ ਜਾਂਦਾ ਗੋਲੀ ਕਿਹਨੇ ਚਲਾਈ, ਔਰ ਜਿਸਨੇ ਗੋਲੀ ਚਲਾਈ ਸੀਆਰਪੀ ਦੇ ਜਵਾਨ ਨੇ ਉਹ ਕੌਣ ਸੀ, ਉਸ ਤੇ ਕੀ ਕਾਰਵਾਈ ਹੋਈ। ਔਰ ਜਸਟਿਸ ਗੁਰਨਾਮ ਸਿੰਘ ਨੇ 1987 ਦੇ ਵਿੱਚ ਰਿਪੋਰਟ ਇਸ ਦੀ ਦੇ ਦਿੱਤੀ। 32 ਸਾਲ ਰਿਪੋਰਟ ਦੱਬੀ ਰੱਖੀ। ਫਿਰ ਜਦੋਂ 2001 ਦੀ ਗੱਲ ਕਰੀਏ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਤਾਂ ਉਦੋਂ ਅੱਧਾ ਹਿੱਸਾ ਹੀ ਪੇਸ਼ ਕੀਤਾ ਗਿਆ, ਅੱਧਾ ਹਿੱਸਾ ਫੇਰ ਰੱਬ ਲਿਆ ਗਿਆ। ਹਾਂਜੀ, ਉਹ ਵੀ ਹੈ। ਤੇ ਹੁਣ ਤੁਸੀਂ ਅਗਰ ਆਪਾਂ 1984 ਦਾ ਦੇਖੀਏ ਸਾਰਾ ਕਤਲੇਆਮ, ਉੱਥੇ ਕਿਹੜਾ ਕੋਈ ਇਨਸਾਫ ਮਿਲਿਆ ਸਿੱਖਾਂ ਨੂੰ? ਬਿਲਕੁਲ ਵੀ। ਤੇ ਇਸੇ ਤਰ੍ਹਾਂ ਇਹ ਇੰਸੀਡੈਂਟ, ਉਹ ਕਿੰਨੀ ਵੱਡੀ ਇੰਸੀਡੈਂਟ ਸੀਗੀ, ਜੋ ਐਡੀ ਵੱਡੀ ਇੰਸੀਡੈਂਟ ਦੇ ਉੱਤੇ 5 ਕਮਿਸ਼ਨ ਬਣੇ ਸੀ। ਨਾਨਾਵਾਦੀ ਕਮਿਸ਼ਨ ਨੇ ਕਲੀਅਰ ਕੱਟ ਕਿਹਾ ਸੀ ਕਿ ਹਾਂ ਸਰਕਾਰ ਦੀ ਇਨਵੋਲਵਮੈਂਟ ਹੈ ਤਾਂ ਪੁਲਿਸ ਦੀ ਇਨਵੋਲਵਮੈਂਟ ਹੈ। ਔਰ ਰਿਪੋਰਟ ਆਉਣ ਦੇ ਬਾਅਦ ਵੀ, ਨਾਨਾਵਾਦੀ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਸੀ ਲਿਆ ਗਿਆ। ਤੇ ਇਸੇ ਤਰ੍ਹਾਂ ਇਸੇ ਗੁਰੂਆਂ ਤੋਂ ਮਿੱਟੀ ਝਾੜ ਕੇ ਇਹਨਾਂ ਨੇ ਆਸੇ ਪਾਸੇ ਕਰਤਾ ਸਾਰਾ ਕੁਛ। ਬਿਲਕੁਲ ਬਿਲਕੁਲ। ਬਹੁਤ ਸ਼ੁਕਰੀਆ ਸਰ, ਤੁਸੀਂ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਮਾਂ ਘਟਿਆ, ਬਹੁਤ ਧੰਨਵਾਦ। ਤੁਸੀਂ ਬਹੁਤ ਬੇਸ਼ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ, ਬਹੁਤ ਧੰਨਵਾਦ ਤੁਹਾਡਾ। ਤਾਂ ਸਾਡੇ ਨਾਲ ਜੋ ਹੁਣੇ ਰੀਸੈਂਟ ਕਾਲਰ ਜੁੜੇ ਸੀ, ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਨਕੋਦਰ ਗੋਲੀकांड ਦੇ ਬਾਰੇ ਅਤੇ ਨਾਲ ਹੀ ਕੋਟਕਪੂਰਾ ਪੈਪਲ ਕਲਾਂ ਗੋਲੀकांड ਦੇ ਬਾਰੇ। ਪਰ ਇਨਸਾਫ ਹੈ ਜਿਹੜਾ ਹਲੇ ਦੂਰ ਦੂਰ ਤੱਕ ਕਿਧਰੇ ਵਿਖਾਈ ਨਹੀਂ ਦਿੰਦਾ। ਬਹੁਤ ਸਾਰੇ ਕਮਿਸ਼ਨ ਬਣੇ, ਬਹੁਤ ਸਾਰੀਆਂ ਰਿਪੋਰਟਾਂ ਆਈਆਂ, ਬਹੁਤ ਸਾਰੀਆਂ ਸਿਟਸ ਬਣਦੀਆਂ ਨੇ ਅਜਿਹੇ ਮਾਮਲਿਆਂ ਦੇ ਵਿੱਚ, ਪਰ ਜਸਟਿਸ ਨਹੀਂ ਮਿਲਦਾ। ਬਹੁਤ ਸਾਰੇ ਜਿਹੜੇ ਕਮਿਸ਼ਨ ਬਣਦੇ ਨੇ, ਰਿਪੋਰਟਾਂ ਦਿੰਦੇ ਨੇ, ਬਹੁਤ ਸਾਰੀਆਂ ਸਿਟਸ ਬਣਦੀਆਂ ਨੇ, ਰਿਪੋਰਟਾਂ ਦਿੰਦੀਆਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ। ਪਰ ਹੋਇਆ ਕੀ ਹੈ ਕਿ ਬਿਲਕੁਲ ਹੱਥ ਝਾੜ ਕੇ ਖੜੇ ਹੋਣ ਵਾਲੀ ਗੱਲ ਹੋ ਜਾਂਦੀ ਹੈ ਕਿ ਸਾਡੇ ਪੱਲੇ ਕੁਝ ਵੀ ਨਹੀਂ ਪਿਆ, ਚਾਹੇ ਉਹ ਮਸਲਾ 1986 ਦੇ ਨਕੋਦਰ ਕਾਂਡ ਦਾ ਹੋਵੇ ਜਾਂ ਫਿਰ ਕੋਟਕਪੂਰਾ ਦਾ ਹੋਵੇ। ਫਿਲਹਾਲ ਇੱਕ ਬ੍ਰੇਕ ਤੇ ਲਈ ਰੁਕਦੇ ਹਾਂ, ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ ਤੇ ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ, ਸਾਡੇ ਨਾਲ ਜੁੜਨੀ ਹੈ ਤੇ ਬੇਸ਼ਕੀਮਤੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ। ਸਾਡਾ ਮੁੱਦਾ ਹੈ ਨਕੋਦਰ ਸਾਕੇ ਦੇ ਨਾਲ ਜੁੜਿਆ ਹੋਇਆ 40 ਸਾਲਾਂ ਦਾ ਦਰਦ, ਸਰਕਾਰ ਬਣੇਗੀ ਹਮਦਰਦ। ਸਵਾਲ ਇਹ ਵੀ ਹੈ ਕਿ 40 ਸਾਲ ਪੂਰੇ ਹੋ ਗਏ ਨੇ ਤੇ ਸਰਕਾਰ ਬਣੀ ਨੂੰ ਵੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਵੀ 4.5 ਸਾਲ ਹੋ ਗਏ ਨੇ। 4.5 ਸਾਲਾਂ ਬਾਅਦ ਸਰਕਾਰ ਕਿਉਂ ਜਾਗੀ ਹੈ? 4.5 ਸਾਲਾਂ ਤੱਕ ਕੀ ਸਰਕਾਰ ਇਸ ਸਭ ਤੋਂ ਜਾਣੂ ਨਹੀਂ ਸੀ? ਜੇਕਰ ਸਰਕਾਰ ਨੇ ਇਸ ਤਰ੍ਹਾਂ ਦਾ ਕੰਮ ਕਰਨਾ ਹੀ ਸੀ ਤਾਂ ਜਦੋਂ ਸਰਕਾਰ ਬਣੀ ਸੀ ਉਦੋਂ ਪ੍ਰਾਇੋਰਟੀ ਬੇਸਿਸ ਕਿਉਂ ਨਹੀਂ ਕੀਤਾ ਗਿਆ?
ਬੇਅਦਬੀ ਨੂੰ ਲੈ ਕੇ ਚਾਹੇ ਕਾਨੂੰਨ ਪਾਸ ਕਰਨਾ ਹੋਵੇ ਜਾਂ ਫਿਰ ਨਕੋਦਰ ਗੋਲੀ ਕਾਂਡ ਦੀ ਜਾਂਚ ਦੇ ਹੁਕਮ ਦੇਣੇ ਹੋਣ, ਸਰਕਾਰ ਨੇ ਪਹਿਲਾਂ ਕਿਉਂ ਨਹੀਂ ਕੀਤੀ ਗਈ? ਕੀ ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ ਜਾਂ ਫਿਰ ਵਾਕਿਆ ਹੀ ਪੀੜਤਾਂ ਨੂੰ ਇਨਸਾਫ ਮਿਲੇਗਾ? ਨਕੋਦਰ ਕਾਂਡ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਜਿਸ ਨੇ ਅਕਾਲੀ ਦਲ ਨੂੰ ਵੀ ਘੇਰਿਆ ਸੀ? ਕਿਉਂਕਿ ਲੋਕ ਕਹਿੰਦੇ ਨੇ ਕਿ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਨੇ ਜਸਟਿਸ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ। ਹਾਲਾਂਕਿ ਜਦੋਂ ਇਹ ਗੋਲੀकांड ਹੋਇਆ ਸੀ ਉਦੋਂ ਸਰਕਾਰ ਤਾਂ ਅਕਾਲੀ ਦਲ ਦੀ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਸੀ। ਉਦੋਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਕਿਉਂਕਿ ਸੁਰਜੀਤ ਸਿੰਘ ਬਰਨਾਲਾ ਤਾਂ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਜ਼ੋਰ ਵਾਲੇ ਹੋਇਆ ਕਰਦੇ ਸੀ। ਉਦੋਂ ਉਹਨਾਂ ਦੀ ਪਕੜ ਜ਼ਿਆਦਾ ਸੀ ਪ੍ਰਕਾਸ਼ ਸਿੰਘ ਬਾਦਲ ਤੋਂ। ਹੁਣ ਜਿਹੜੀ ਗੱਲ ਹੈ, ਹੁਣ ਗੱਲ ਆਈ ਹੈ ਜੀ ਕਿ ਹੁਣ ਇਹ ਮੁੱਦਾ ਹੈ ਜਿਹੜਾ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਚ ਗੁੰਝਿਆ। ਸਾਰੀਆਂ ਹੀ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਏ। ਕਾਂਗਰਸ ਕਹਿੰਦੀ ਕਿ ਅਸੀਂ ਵਾਰ-ਵਾਰ ਚਿੱਠੀਆਂ ਲਿਖੀਆਂ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ 4 ਚਿੱਠੀਆਂ ਲਿਖ ਚੁੱਕੇ ਨੇ ਪਰ ਕੋਈ ਜਵਾਬ ਹੀ ਨਹੀਂ ਹੁੰਦਾ। ਸਪੀਕਰ ਸਾਹਿਬ ਕਹਿੰਦੇ ਨੇ ਕਿ ਅਸੀਂ ਵਾਰ-ਵਾਰ ਇਨਸਾਫ ਦੀ ਗੱਲ ਕੀਤੀ ਹੈ, ਪਰ ਇਨਸਾਫ ਮਿਲਿਆ ਕਿਹਨੂੰ ਹੈ ਜੀ? ਇਹ ਵੀ ਦੱਸ ਦਿਓ। ਨਾ ਤਾਂ ਨਕੋਦਰ ਕਾਂਡ ਦੇ ਲੋਕਾਂ ਨੂੰ ਇਨਸਾਫ ਮਿਲਿਆ, ਨਾ ਕੋਟਕਪੂਰਾ ਦੇ ਲੋਕਾਂ ਨੂੰ ਇਨਸਾਫ ਮਿਲਿਆ ਹੈ ਜਿਨ੍ਹਾਂ ਦੇ ਆਪਣੇ ਚਲੇ ਗਏ ਨੇ। ਦਹਾਕੇ ਬੀਤ ਗਏ ਨੇ। ਨਕੋਦਰ ਕਾਂਡ ਹੋਇਆ ਨੂੰ 4 ਦਹਾਕੇ ਹੋ ਗਏ। ਕੋਟਕਪੂਰਾ ਗੋਲੀकांड ਹੋਇਆ ਨੂੰ 1 ਦਹਾਕਾ ਹੋਣ ਵਾਲਾ ਹੈ। ਪੱਲੇ ਕੀ ਪਿਆ ਹੈ? ਸਿਰਫ ਲਾਰਿਆਂ ਤੋਂ ਇਲਾਵਾ, ਝੂਠ ਤੋਂ ਇਲਾਵਾ, ਸੱਚ ਨੂੰ ਦੱਬਣ ਤੋਂ ਇਲਾਵਾ। ਬਹੁਤ ਸਰਕਾਰਾਂ ਆਈਆਂ, ਇਹ ਨਹੀਂ ਕਿ ਸੂਬੇ ਦੇ ਵਿੱਚ ਸਿਰਫ ਅਕਾਲੀ ਦਲ ਦੀ ਸਰਕਾਰ ਰਹੀ, ਕਾਂਗਰਸ ਦੀ ਸਰਕਾਰ ਵੀ ਰਹੀ ਹੈ। ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 4.5 ਸਾਲ ਹੋ ਗਏ। ਪਰ ਇਨਸਾਫ ਕਿਸ ਨੂੰ ਮਿਲਿਆ ਹੈ ਜਾਂ ਕਿਸਨੇ ਇਨਸਾਫ ਦਿਵਾਇਆ ਹੈ, ਸਾਨੂੰ ਸਭ ਨੂੰ ਹੀ ਪਤਾ ਹੈ। ਹੁਣ ਫਿਰ ਜੇਕਰ ਸਦਨ ਦੇ ਵਿੱਚ ਇਹ ਮੁੱਦਾ ਗੂੰਜਿਆ ਹੈ ਤਾਂ ਅਸੀਂ ਜਨਤਾ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਕੁਝ ਅਜਿਹਾ ਕਰੇਗੀ? ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਨਸਾਫ ਵਾਕਿਆ ਹੀ ਮਿਲੇਗਾ? ਜੇ ਇਨਸਾਫ ਕਰਨਾ ਹੀ ਸੀ ਤਾਂ ਇੰਨੀ ਦੇਰੀ ਕਿਉਂ ਲਾ ਦਿੱਤੀ? ਪਹਿਲਾਂ ਕਿਉਂ ਨਹੀਂ ਕੀਤਾ ਗਿਆ ਜਦੋਂ ਸਰਕਾਰ ਬਣੀ ਸੀ? ਹੁਣ ਤੇ ਦੂਰੀ ਵਾਰ ਵੋਟਾਂ ਹੋਣ ਵਾਲੀਆਂ ਨੇ 2027 ਦੇ ਵਿੱਚ। ਹੁਣ ਇੱਕ ਹੋਰ ਚੀਜ਼ ਤੁਹਾਡੇ ਧਿਆਨ ਦੇ ਵਿੱਚ ਲਿਆਉਣੇ ਆ। ਜਦੋਂ 2001 ਸੀ ਉਦੋਂ ਕੀ ਹੋਇਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਤੇ ਇਲਜ਼ਾਮ ਲਾਏ ਜਾਂਦੇ ਸੀ ਕਿ ਲੰਮਾ ਸਮਾਂ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਈ। ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਇਸ ਘਟਨਾ ਦੀ ਜਾਂਚ ਹੈ ਜਿਹੜੀ 1986 ਦੇ ਵਿੱਚ ਹੀ ਪੂਰੀ ਕਰ ਲਈ ਸੀ ਅਤੇ ਕਈ ਸਾਲਾਂ ਤੱਕ ਰਿਪੋਰਟ ਦੱਬੀ ਰਹੀ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ 5 ਮਾਰਚ 2001 ਨੂੰ ਵਿਧਾਨ ਸਭਾ ਦੇ ਵਿੱਚ ਇਸ ਰਿਪੋਰਟ ਦਾ ਪਹਿਲਾ ਹਿੱਸਾ ਪੇਸ਼ ਕੀਤਾ। ਭਾਵ ਅੱਧੀ ਰਿਪੋਰਟ ਪੇਸ਼ ਹੋਈ। ਅੱਧੀ ਰਿਪੋਰਟ ਕਿੱਥੇ ਗਈ, ਉਸਦੇ ਤੱਥ ਕਿੱਥੇ ਨੇ, ਕਿਸੇ ਨੂੰ ਵੀ ਨਹੀਂ ਪਤਾ। ਬਾਕੀ ਰਿਪੋਰਟ ਗਵਾਚ ਗਈ ਹੈ ਜਿਹਾ ਆਖਿਆ ਗਿਆ। ਰਿਪੋਰਟ ਦਾ ਦੂਜਾ ਹਿੱਸਾ ਯਾਨੀ ਕਿ ਪਾਰਟ 2 ਜਿਸ ਦੇ ਵਿੱਚ ਅਹਿਮ ਸਬੂਤ ਤੇ ਗਵਾਹੀਆਂ ਸਨ, ਸਰਕਾਰੀ ਰਿਕਾਰਡ ਦੇ ਵਿੱਚੋਂ ਗੁੰਮ ਹੋ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬਾਦਲ ਸਰਕਾਰ ਨੇ ਇਸ ਰਿਪੋਰਟ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਹੁਣ ਸਵਾਲ ਕਈ ਉੱਠਦੇ ਨੇ। ਪੀੜਤ ਪਰਿਵਾਰਾਂ ਨੇ ਇਲਜ਼ਾਮ ਲਾਇਆ ਕਿ ਉਸ ਸਮੇਂ ਦੇ ਜ਼ਿੰਮੇਵਾਰ ਅਫਸਰ ਜਿਵੇਂ ਐਸਐਸਪੀ ਇਜ਼ਹਾਰ ਆਲਮ ਜੋ ਹੁਣ ਫੌਤ ਹੋ ਚੁੱਕੇ ਨੇ, ਏਡੀਸੀ ਦਰਬਾਰਾ ਸਿੰਘ ਗੁਰੂ ਜੋ ਅਕਾਲੀ ਦਲ ਦੇ ਵਿੱਚ ਰਹੇ ਨੇ ਬਾਦਲ ਸਰਕਾਰ ਦੇ ਵੱਲੋਂ, ਉਹਨਾਂ ਨੂੰ ਉਸ ਵੇਲੇ ਦੀ ਬਾਦਲ ਸਰਕਾਰ ਦੇ ਵੱਲੋਂ ਵੱਡੇ ਅਹੁਦਿਆਂ ਦੇ ਨਾਲ ਨਵਾਜ਼ਿਆ ਗਿਆ ਹੈ। ਉਹਨਾਂ ਦੀ ਸਰਪ੍ਰਸਤੀ ਕੀਤੀ ਗਈ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ। ਜੋ ਵੀ ਸਰਕਾਰ ਆਈ ਉਹਨਾਂ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ, ਚਾਹੇ ਉਹ ਅਕਾਲੀ ਦਲ ਸੀ ਜਾਂ ਫਿਰ ਕਾਂਗਰਸ ਸੀ। ਆਖਿਰਕਾਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋਈ? ਲੋਕ ਇਹ ਸਵਾਲ ਖੜੇ ਕਰ ਰਹੇ ਨੇ। ਤਾਂ ਹੋਇਆ ਕੀ ਸੀ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਜਾਂਚ ਬਿਠਾਉਣ ਅਤੇ ਗਵਾਚੀ ਹੋਈ ਰਿਪੋਰਟ ਲੱਭਣ ਲਈ ਸਿੱਟ ਵੀ ਗਠਨ ਕਰਨ ਦੇ ਹੁਕਮ ਹੈ ਜਿਹੜੇ ਉਹ ਦਿੱਤੇ ਸੀ। ਹੁਣ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਸਾਕਾ ਨਕੋਦਰ ਦੀ ਜਾਂਚ ਤੋਂ ਬਾਅਦ ਹੈ ਜਿਹੜੀ ਉਹ ਤਿਆਰ ਕੀਤੀ ਗਈ ਸੀ। ਇਸ ਰਿਪੋਰਟ ਦੇ ਵਿੱਚ ਅਜਿਹੇ ਕਈ ਤੱਥ ਸਾਹਮਣੇ ਆਏ ਸੀ ਜਿਸ ਨੂੰ ਲੰਮੇ ਸਮੇਂ ਤੱਕ ਜਨਤਕ ਹੋਣ ਤੋਂ ਰੋਕਿਆ ਗਿਆ ਜਾਂ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਪਾਰਟ 2 ਹੈ ਜਿਹੜਾ ਉਹ ਗਵਾਚਿਆ ਹੀ ਦੱਸ ਦਿੱਤਾ ਗਿਆ ਸਰਕਾਰੀ ਰਿਕਾਰਡ ਦੇ ਵਿੱਚੋਂ। ਭਲਾ ਕੀ ਇਹ ਚੀਜ਼ਾਂ ਪੋਸੀਬਲ ਹੁੰਦੀਆਂ ਨੇ? ਹਾਲਾਂਕਿ ਸਰਕਾਰਾਂ ਜਿਹੜੇ ਪ੍ਰਸ਼ਾਸਨ ਹੈ ਉਹ ਕਰ ਬਹੁਤ ਕੁਝ ਦਿੰਦਾ ਹੈ, ਪਰ ਲੋਕਾਂ ਨੂੰ ਵੀ ਪਤਾ ਹੁੰਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਹੁੰਦਾ। ਹੁਣ ਰਿਪੋਰਟ ਦੇ ਕੁਝ ਮੁੱਖ ਅੰਸ਼ ਨੇ ਜਿਹੜੇ ਉਹ ਸਾਹਮਣੇ ਆਏ ਸੀ, ਅਸੀਂ ਤੁਹਾਨੂੰ ਉਹ ਡਿਸਕਸ ਕਰ ਲੈਣੇ ਆ ਕਿ ਗੈਰ ਕਾਨੂੰਨੀ ਗੋਲੀਬਾਰੀ ਹੈ ਜਿਹੜੀ ਉਹ ਹੋਈ ਸੀ। ਰਿਪੋਰਟ ਮੁਤਾਬਕ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀ ਗੈਰ ਵਾਜਿਬ ਸੀ। ਸੰਗਤ ਉੱਥੇ ਰੋਸਮਈ ਪ੍ਰਦਰਸ਼ਨ ਕਰ ਰਹੀ ਸੀ। ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਜਾਂ ਮੈਜਿਸਟ੍ਰੇਟ ਦੀ ਇਜਾਜ਼ਤ ਲਏ ਬਿਨਾਂ ਸਿੱਧੀ ਗੋਲੀ ਚਲਾ ਦਿੱਤੀ ਤੇ 4 ਸਿੱਖ ਸ਼ਹੀਦ ਹੋ ਗਏ।
ਮਾਰਨ ਦੀ ਨੀਅਤ। ਪੋਸਟਮਾਰਟਮ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਨੌਜਵਾਨਾਂ ਦੇ ਸਰੀਰ ਦੇ ਉੱਪਰਲੇ ਹਿੱਸਿਆਂ ਤੇ ਗੋਲੀਆਂ ਚਲਾਈਆਂ ਗਈਆਂ, ਭਾਵ ਛਾਤੀ ਅਤੇ ਮੂੰਹ ਤੇ ਗੋਲੀਆਂ ਲੱਗੀਆਂ, ਜੋ ਸਾਬਤ ਕਰਦਾ ਸੀ ਕਿ ਪੁਲਿਸ ਦੀ ਨੀਅਤ ਭੀੜ ਨੂੰ ਖੰਡਾਉਣ ਦੀ ਨਹੀਂ ਸੀ, ਬਲਕਿ ਲੋਕਾਂ ਨੂੰ ਜਾਨੋਂ ਮਾਰਨ ਦੀ ਸੀ। ਫਿਰ ਇਹ ਗੋਲੀਆਂ ਚਲਾਉਣ ਦਾ ਹੁਕਮ ਕਿੱਥੋਂ ਆਇਆ? ਕਿਸ ਨੇ ਇਹੋ ਜਿਹਾ ਹੁਕਮ ਦਿੱਤਾ ਕਿ ਲੋਕਾਂ ਨੂੰ ਗੋਲੀਆਂ ਨਾਲ ਫੰਡ ਦਿਓ, ਉਹਨਾਂ ਨੂੰ ਮਾਰ ਦਿਓ? ਖੰਡਾਉਣਾ ਦਾ ਮਕਸਦ ਸੀ ਹੀ ਨਹੀਂ। ਇਹ ਸਵਾਲ ਖੜਾ ਹੁੰਦਾ ਹੈ। ਹੁਣ ਇਹ ਵੀ ਹੈ ਕਿ ਰਿਪੋਰਟ ਦੇ ਵਿੱਚ ਇਹ ਵੀ ਸੰਕੇਤ ਮਿਲੇ ਨੇ ਕਿ ਇੱਕ ਨੌਜਵਾਨ ਹਰਮਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਬਾਅਦ ਬਹੁਤ ਹੀ ਨਜ਼ਦੀਕ ਤੋਂ ਹਰਮਿੰਦਰ ਸਿੰਘ ਦੀ ਗੋਲੀ ਚਲਾਈ ਗਈ ਅਤੇ ਹਰਮਿੰਦਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਪੁਲਿਸ ਦਾ ਕਿਹੋ ਜਿਹਾ ਵਤੀਰਾ ਸੀ? ਸਵਾਲ ਇਹ ਖੜੇ ਹੁੰਦੇ ਨੇ। ਗੋਲੀ ਕਿਹਨੇ ਚਲਾਈ, ਕਿੱਥੋਂ ਆਈ? ਜਿਸ ਨੌਜਵਾਨ ਨੂੰ ਚੁੱਕਿਆ ਗਿਆ ਉਸ ਦੇ ਬਿਲਕੁਲ ਨੇੜਿਓਂ ਗੋਲੀ ਚਲਾਈ ਗਈ। ਇਹ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ ਸੀ? ਅਸਲ ਦੇ ਵਿੱਚ ਜੋ ਇਹ ਸਭ ਕੁਝ ਕਰਵਾ ਰਿਹਾ ਸੀ, ਇਸ ਸਭ ਦਾ ਕਰਤਾ ਧਰਤਾ ਕੌਣ ਸੀ? 4 ਬੰਦੇ ਮਾਰੇ ਗਏ, ਉਹਨਾਂ ਦੇ ਘਰਾਂ ਦੇ ਚਿਰਾਗ ਬੁਝ ਗਏ। ਹਾਲੇ ਤੱਕ ਪਰਿਵਾਰਕ ਮੈਂਬਰ ਰੋ ਰਹੇ ਨੇ, ਪਰ ਕਿਸੇ ਨੂੰ ਕੁਝ ਪਈ ਹੀ ਨਹੀਂ ਹੈ, ਕੋਈ ਇਨਸਾਫ ਹੀ ਨਹੀਂ ਹੈ। ਸਰਕਾਰ ਆਉਂਦੀ ਹੈ, ਆਪਣਾ ਸਮਾਂ ਪੂਰਾ ਕਰਦੀ ਹੈ, ਡਰਾਮਾ ਜਿਹਾ ਕਰਦੀ ਹੈ ਔਰ ਚਲੀ ਜਾਂਦੀ ਹੈ। ਹਰ ਵਾਰ ਹੀ ਏਦਾਂ ਹੁੰਦਾ ਹੈ। ਪਰ ਕਿਉਂ ਜਸਟਿਸ ਦੇ ਵਿੱਚ ਇੰਨਾ ਡਿਲੇ ਕਿਉਂ ਹੈ? ਕਿਉਂ ਸਰਕਾਰਾਂ ਆਪਣਾ ਕੰਮ ਸਹੀ ਨਹੀਂ ਕਰਦੀਆਂ? ਕਿਉਂ ਜ਼ਖਮਾਂ ਤੇ ਮੱਲਮ ਲਾਉਣ ਦੀ ਬਜਾਏ ਲੂਣ ਛਿੜਕਣ ਦਾ ਕੰਮ ਕੀਤਾ ਜਾਂਦਾ ਹੈ? ਕਿ ਲੋਕਾਂ ਨੇ ਕੁਝ ਗਲਤ ਕੀਤਾ ਸੀ ਜੋ ਸ਼ਾਂਤਮਈ ਬੈਠ ਕੇ ਇਨਸਾਫ ਮੰਗ ਰਹੇ ਸੀ, ਜਿਹੜੇ ਕਹਿੰਦੇ ਸੀ ਕਿ ਸਾਨੂੰ ਜੀ ਗੁਰੂ ਸਾਹਿਬ ਦੇ ਫਟੇ ਹੋਏ ਅੰਗ ਦੇ ਦਿਓ, ਅਸੀਂ ਦਾਹ ਸੰਸਕਾਰ ਕਰਨਾ ਹੈ। ਦੇਣਾ ਤਾਂ ਕੀ ਸੀ, ਸਗੋਂ ਉਹਨਾਂ ਦੀਆਂ ਜਾਨਾਂ ਲੈ ਲਈਆਂ ਗਈਆਂ। ਉਹਨਾਂ ਦੀ ਕੀ ਗਲਤੀ ਸੀ? ਉਹ ਸਿਰਫ ਜਸਟਿਸ ਦੀ ਮੰਗ ਕਰ ਰਹੇ ਸੀ ਕਿ ਇਸ ਦੇਸ਼ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਜਸਟਿਸ ਮੰਗਣਾ ਵੀ ਗੁਨਾਹ ਹੋ ਗਿਆ ਹੈ ਕਿ ਜਸਟਿਸ ਮੰਗਣ ਵਾਲੇ ਨੂੰ ਵੀ ਗੋਲੀ ਮਾਰ ਦਿਓ, ਗੋਲੀ ਨਾਲ ਭੁੰਨ ਦਿਓ, ਤੇ ਬਾਅਦ ਵਿੱਚ ਪਤਾ ਹੈ ਕਿ ਕੋਈ ਪੁੱਛਣ ਵਾਲਾ ਹੈ ਹੀ ਨਹੀਂ ਹੈ, ਕੁਝ ਹੋਣਾ ਹੀ ਨਹੀਂ ਹੈ। ਨਕੋਦਰ ਤੋਂ ਮੋੜ ਤੱਕ ਦੀ ਜਿਹੜੀ ਗੂੰਜ ਹੈ ਉਹ ਵਿਧਾਨ ਸਭਾ ਦੇ ਵਿੱਚ ਹੋਈ ਹੈ ਕਿ ਵਾਕਿਆ ਹੀ ਇਨਸਾਫ ਮਿਲੇਗਾ, ਕਿ ਲੋਕ ਇਸ ਗੱਲ ਤੇ ਭਰੋਸਾ ਕਰਦੇ ਨੇ। ਸਾਡਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਆਮ ਆਦਮੀ ਪਾਰਟੀ ਵਾਕਿਆ ਹੀ ਇਹਨਾਂ ਕੇਸਾਂ ਦੇ ਵਿੱਚ ਜਸਟਿਸ ਕਰੇਗੀ, ਇਨਸਾਫ ਦਵਾਏਗੀ? ਸਾਡੇ ਨਾਲ ਕਾਲਰਸ ਫੋਨ ਲਾਈਨ ਤੇ ਜੁੜ ਰਹੇ ਨੇ। ਹੈਲੋ ਜੀ, ਮੈਨੂੰ ਸੁਣ ਪਾ ਰਹੇ ਹੋ ਜੀ? ਸਾਡੀ ਆਵਾਜ਼ ਸਾਡੇ ਦਰਸ਼ਕ ਤੱਕ ਨਹੀਂ ਪਹੁੰਚੀ ਹੈ। ਮੈਂ ਸਾਡੀ ਟੀਮ ਨੂੰ ਆਖਾਂਗੀ ਕਿ ਇਸ ਤਰੁਟੀ ਨੂੰ ਦੂਰ ਕਰਨ ਤਾਂ ਜੋ ਅਸੀਂ ਆਪਣੇ ਦਰਸ਼ਕ ਦੇ ਨਾਲ ਗੱਲਬਾਤ ਕਰ ਸਕੀ। ਦਰਸ਼ਕ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਹਾਂਜੀ, ਮੈਂ ਸ਼ਿਕਾਗੋ ਤੋਂ ਬੋਲ ਰਿਹਾ ਜੀ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਸਾਰੇ ਬਾਰੇ ਜੋ ਕੁਝ ਹੋ ਮੈਂ ਰਿਹਾ ਇਹ ਕਹਿਣਾ ਚਾਹੁੰਦਾ ਹੈ, ਆਮ ਆਦਮੀ ਪਾਰਟੀ ਹੁਣ ਜੋ ਕਹਿ ਰਹੀ ਹੈ? ਹਾਂਜੀ, ਦੇਖੋ, ਇਹ ਜਿੰਨੀਆਂ ਵੀ ਇਹ ਜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਹੁਣ ਇਹ 86 ਦੀ, ਇਹਨੂੰ ਤਾਂ 40 ਸਾਲ ਹੋ ਗਏ। ਉਹ ਦੂਜੀ ਜਿਹੜੀ ਕੋਟਕਪੂਰੇ ਵਾਲੀ ਸੀ ਉਹਨੂੰ ਵੀ 10 ਸਾਲ ਹੋ ਗਏ। ਬਿਲਕੁਲ। ਔਰ ਇਹਨਾਂ ਦੀਆਂ ਜਿਹੜੀਆਂ, ਇਹਨਾਂ ਕੋਈ ਲਿਮਿਟ ਹੋਣੀ ਚਾਹੀਦੀ ਇਹਨਾਂ ਤੇ। ਜਿਵੇਂ ਤੁਸੀਂ ਇੱਕ ਕਿਸੇ ਜੱਜ ਦੀ ਜਾਂ SIT ਦੀ ਇਨਵੈਸਟੀਗੇਸ਼ਨ ਹੈ, ਐਟ ਦਾ ਮੈਕਸਿਮਮ ਲੱਗੇ ਹੱਥ ਜਿਹੜੀ ਪਹਿਲੀ SIT ਹੋਵੇ ਉਹਦੀ 2 ਸਾਲ 1.5 ਸਾਲ ਮਿਆਦ ਕਰਕੇ ਵੱਧ ਤੋਂ ਵੱਧ ਇੱਕ SIT ਹੋਰ ਬਣਾਉਣੀ ਚਾਹੀਦੀ ਹੈ। ਬਈ ਉਹ ਇਹਦੇ ਨਾਲ ਐਗਰੀ ਕਰਦੇ ਆ, ਅਗਰ ਜਿਹੜੀ ਚੀਜ਼ 'ਚ ਐਗਰੀ ਨਹੀਂ ਕਰਦੇ ਉਹ ਉਹਨੂੰ ਐਡ ਕਰਦੇ। ਔਰ ਇਸ ਤੋਂ ਬਾਅਦ ਜਿਹੜਾ ਹੈ ਡਿਸੀਜਨ ਆਉਣਾ ਚਾਹੀਦਾ, ਕਿਉਂਕਿ ਗਵਰਨਮੈਂਟ ਨੂੰ ਡਿਸੀਜਨ ਕਰਕੇ ਅਗਰ ਕੋਈ ਚੀਜ਼ ਠੀਕ ਨਹੀਂ ਹੋਏਗੀ ਤੇ ਜਿਹੜਾ ਉਹ ਜਿਨ੍ਹਾਂ ਦੇ ਕੇਸ ਬਣੇਗਾ ਉਹ ਦੁਬਾਰਾ ਫਿਰ ਕੋਰਟ 'ਚ ਜਾ ਸਕਦੇ। ਸੋ ਇਸ ਕਰਕੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਉਹ ਡਰ ਤਾਂ ਹੀ ਪਏਗਾ। ਬਾਕੀ ਜਿਹੜੀਆਂ ਇਹਦੇ ਵਿੱਚ ਤਾਂ ਮਰਡਰ ਹੋਏ ਆ ਦੋਨਾਂ ਇੰਸੀਡੈਂਟਸ 'ਚ, ਸੋ ਇਹਦਾ ਤਾਂ ਜ਼ਰੂਰ ਹੀ ਕਰਨਾ ਚਾਹੀਦਾ। ਬਾਕੀ ਇਹ ਚੀਜ਼ ਹੈ ਜੀ, ਇਹ ਸਿੱਧੀ ਸਿਆਸਤ ਹੈ। ਇਸ ਗਵਰਨਮੈਂਟ ਨੇ ਵੀ ਕੁਛ ਨਹੀਂ ਕਰਨਾ ਜਿਵੇਂ ਪਹਿਲਾਂ ਨਹੀਂ ਹੋਇਆ। ਮੈਨੂੰ ਇੱਕ ਚੀਜ਼ ਹੋਰ ਦਾ ਨਹੀਂ ਪਤਾ ਬਈ ਉਹਦਾ ਕੀ ਬਣਿਆ, ਪਰ ਇੱਕ ਵਾਰੀ ਮੇਰਾ ਖਿਆਲ ਹੈ 60s ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜੀ SSP ਜਾਂ SP ਸੀਗੇ ਫਿਰੋਜ਼ਪੁਰ ਦੇ, ਤੇ ਉੱਥੇ ਵੀ ਇੱਕ ਕਿਵੇਂ ਪੁਲਿਸ ਵੱਲੋਂ ਗੋਲੀ ਚਲਾ ਕੇ ਕੁਝ ਬੰਦੇ ਮਰ ਗਏ ਸੀ। ਉਹ ਮੈਨੂੰ ਇਹ ਨਹੀਂ ਪਤਾ ਵੀ ਉਹਦਾ ਮੁੜ ਕੇ ਕੀ ਬਣਿਆ, ਪਰ ਇਹ ਜਿਹੀਆਂ ਚੀਜ਼ਾਂ ਦਾ ਹੁੰਦਾ ਕੁਛ ਨਹੀਂ। ਔਰ ਦੂਜੀ ਇਹ ਚੀਜ਼ ਹੈ
ਇਹ ਸਭ ਤੋਂ ਜ਼ਿਆਦਾ ਜਦੋਂ ਇਹ 15-20 ਸਾਲੀ ਰਿਪੋਰਟ ਕੱਢ ਦਿੰਦੇ ਆ, ਉਹ ਜਿਹੜੀਆਂ ਫੈਮਲੀਆਂ ਉਹ ਵਿਚਾਰੀਆਂ ਦੇ ਫਿਰ ਜਿਹੜੇ ਜ਼ਖਮ ਹੈ ਉਹ ਫਿਰ ਹਰੇ ਹੋ ਜਾਂਦੇ ਆ, ਉਹ ਕਿਤੇ ਉਹਨਾਂ ਦੀ ਉਮੀਦ ਬਣਦੀ ਹੈ। ਹੁਣ 40 ਸਾਲ ਦੇ ਬਾਅਦ ਕਿਹੜਾ ਇਹ ਨਿਆਂ ਦੇ ਦੇਣਗੇ? ਮੈਂ ਤਾਂ ਜਾਣਦਾ ਵੀ ਇਹਨਾਂ ਤੇ ਇਹੋ ਜਿਹੀਆਂ ਗਵਰਨਮੈਂਟਾਂ ਤੇ ਇੱਕ ਸਿਵਲ ਸੂਟ ਵੀ ਹੋਣਾ ਚਾਹੀਦਾ, ਪਬਲਿਕ ਲਿਟੀਗੇਸ਼ਨ, ਵੀ ਤੁਸੀਂ ਇਹ ਕਿਉਂ ਨਹੀਂ ਕੀਤਾ। ਇਹ ਪਤਾ ਨਹੀਂ ਉੱਥੇ ਕੋਈ ਰੂਲ ਇਸ ਚੀਜ਼ ਦਾ ਹੈ ਕਿ ਨਹੀਂ ਹੈ। ਤੋ ਇਹ ਆ ਜਾਂਦੇ ਆ ਮੁੜ ਕੇ ਦੁਬਾਰਾ, ਇਹ ਕਰਦੇ ਕੱਖ ਨਹੀਂ ਹੈ, ਪਰ ਇਹ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਹੈ ਉਹਨਾਂ ਨੂੰ ਕਰਦੇ ਆ। ਸੋ ਇਹ ਕੋਈ ਇਹਦੇ ਟਾਈਮ ਬਾਉਂਡ ਤੇ ਥੋੜੇ ਹੋਣੇ ਚਾਹੀਦੇ। ਹੁਣ ਵੀ ਜਿਹੜਾ ਕੋਈ ਆ ਨਵਾਂ ਕਾਨੂੰਨ ਕੋਈ ਬਣਿਆ, ਇਹਦੇ ਵਿੱਚ ਵੀ ਕੁਝ ਠੀਕ ਹੈ, ਪਹਿਲਿਆਂ ਨਾਲੋਂ ਚੰਗਾ, ਪਰ ਗੱਲ ਤੇ ਇਹਨੂੰ ਲਾਗੂ ਕਿਦਨ ਕਰਨਾ। ਬਿਲਕੁਲ। ਸੋ ਮੇਰਾ ਤੇ ਇਹੀ ਕਹਿਣਾ ਹੈ ਜੀ, ਇਨਵੈਸਟੀਗੇਸ਼ਨਾਂ 2 ਤੋਂ ਵੱਧ ਨਹੀਂ ਹੋਣੀ ਚਾਹੀਦੀਆਂ ਤੇ 4 ਸਾਲ ਬਹੁਤ ਟਾਈਮ ਹੈ। ਹੁਣ ਇਹ ਚੋਂ ਕੀ ਲੱਭ ਲੈਣਗੇ? ਆਈ ਮੀਨ ਇਟਸ ਅ ਵੇਸਟੇਜ ਆਫ ਪਬਲਿਕ ਟੈਕਸਿਸ ਐਂਡ ਮਨੀ, ਕਿਉਂਕਿ ਉਹ 40 ਸਾਲ ਦੇ ਉਹ ਕਈ ਤਾਂ ਬੰਦੇ ਗਵਾਹ ਵੀ ਮਰ ਗਏ ਹੋਣੇ। ਬਿਲਕੁਲ। ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਇਹ ਲੋਕਾਂ ਦੇ ਪੱਲੇ ਕੁਝ ਨਹੀਂ ਪਾਉਂਦੇ, ਪਰ ਆਈ ਡੋਂਟ ਨੋ ਇਹ ਕੋਈ ਗਵਰਨਮੈਂਟ ਆਪਣੀ ਸਮਾਰਟਨੈਸ ਕਰਦੀ ਹੈ ਵੀ ਇਹ ਕੀ ਦਿਖਾਉਣਾ ਚਾਹੁੰਦੇ ਆ ਕਰਕੇ। ਥੈਂਕ ਯੂ ਵੈਰੀ ਮਚ। ਇੱਕ ਰਿਪੋਰਟ ਗਵਾਚ ਗਈ ਸੀ, ਮਾਫ ਕਰਨਾ, ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਇੱਕ ਰਿਪੋਰਟ ਦਾ ਅੱਧਾ ਹਿੱਸਾ ਗਵਾਚ ਗਿਆ। ਅੱਧਾ ਹਿੱਸਾ ਜਿਹੜਾ 2001 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਵੱਲੋਂ ਰੱਖ ਦਿੱਤਾ ਗਿਆ। ਸਾਡੇ ਦਰਸ਼ਕ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ, ਆਪਣੀ ਰਾਏ ਦੇ ਰਹੇ ਨੇ। ਸਾਰੇ ਕਹਿ ਰਹੇ ਨੇ ਜੀ ਇਹ ਸਿਰਫ ਇੱਕ ਰਾਜਨੀਤੀ ਹੈ, ਇਨਸਾਫ ਕਿਧਰੇ ਮਿਲਦਾ ਵਿਖਾਈ ਨਹੀਂ ਦੇ ਰਿਹਾ। ਜਿਹੜੀ ਵੀ ਸਰਕਾਰ ਆਈ ਉਸਨੇ ਰਾਜਨੀਤੀ ਕੀਤੀ ਔਰ ਇਸ ਮੁੱਦੇ ਨੂੰ ਫਿਰ ਚੁੱਕ ਲਿਆ, ਫਿਰ ਦੱਬ ਲਿੱਤਾ। ਪੀੜਤ ਪਰਿਵਾਰ ਜ਼ਰੂਰ ਪਰੇਸ਼ਾਨ ਹੋਏ ਨੇ। ਹੁਣ ਆਮ ਆਦਮੀ ਪਾਰਟੀ ਵੀ ਲੋਕਾਂ ਦੇ ਮੁਤਾਬਕ ਕਿਸ ਬਿਲਕੁਲ ਵੋਟਾਂ ਦੇ ਨੇੜੇ ਆ ਕੇ ਅਜਿਹਾ ਕਰ ਰਹੀ ਹੈ। ਇਨਸਾਫ ਦੇਣਾ ਕਦੋਂ ਹੈ, ਜਾਂਚ ਪੂਰੀ ਕਦੋਂ ਹੋਣੀ ਹੈ? ਹਰ ਵਾਰ ਜਾਂਚ ਕਮੇਟੀਆਂ ਬਿਠਾ ਦਿੱਤੀਆਂ ਜਾਂਦੀਆਂ ਨੇ, ਆਪਣੀ ਰਿਪੋਰਟ ਹੁੰਦੀ ਹੈ, ਪਰ ਨਿਕਲਦਾ ਵਿੱਚੋਂ ਕੁਝ ਵੀ ਨਹੀਂ ਹੈ। ਇੱਕ ਟਾਈਮ ਬਾਉਂਡ ਜ਼ਰੂਰ ਹੋਣਾ ਚਾਹੀਦਾ ਹੈ, ਇੱਕ ਟਾਈਮ ਬਾਉਂਡ ਹੈ। ਐਸੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੈ ਪੂਰੀ ਹੋਈ। ਜੇਕਰ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਈ ਤਾਂ ਇਨਵੈਸਟੀਗੇਸ਼ਨ ਕਰਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਇੱਕ ਬ੍ਰੇਕ ਤੇ ਰੁਕਾਂਗੇ। ਹਾਜ਼ਰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਬਣੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਸ ਤੇ ਕਾਲ ਕਰੋ ਕਿਉਂਕਿ ਸਾਡਾ ਪ੍ਰੋਗਰਾਮ ਇਸ ਵਕਤ ਲਾਈਵ ਹੈ ਤੇ ਲਾਈਵ ਪ੍ਰੋਗਰਾਮ ਦਾ ਹਿੱਸਾ ਤੁਸੀਂ ਬਣ ਸਕਦੇ ਹੋ। ਆਪਣੀ ਰਾਏ ਤੁਸੀਂ ਸਾਡੇ ਪ੍ਰੋਗਰਾਮ ਦੇ ਲਈ ਸ਼ੁਮਾਰ ਕਰ ਸਕਦੇ ਹੋ। ਅਸੀਂ ਅੱਜ ਦਾ ਮੁੱਦਾ ਸਾਕਾ ਨਕੋਦਰ ਦੇ ਨਾਲ ਜੁੜਿਆ ਹੋਇਆ ਲੈ ਕੇ ਆਏ ਹਾਂ। ਇਹ ਇਸ ਲਈ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਪਹੁੰਚਿਆ ਹੈ ਅਤੇ ਸਿਲੈਕਟ ਕਮੇਟੀ ਬਣਾਈ ਗਈ ਹੈ ਜੋ 6 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਹੈ ਜਿਹੜੀ ਸੌਂਪੇਗੀ। ਪਰ ਸਵਾਲ ਇਹ ਹੈ ਕਿ ਵਾਕਿਆ ਹੀ ਨਕੋਦਰ ਕਾਂਡ ਦੇ ਪੀੜਤਾਂ ਨੂੰ ਹੁਣ ਇਨਸਾਫ ਮਿਲੇਗਾ ਕਿ ਆਮ ਆਦਮੀ ਪਾਰਟੀ ਇਨਸਾਫ ਦੇਗੀ ਜਾਂ ਫਿਰ ਆਮ ਆਦਮੀ ਪਾਰਟੀ ਵੀ ਸਿਰਫ ਸਿਆਸਤ ਹੀ ਕਰ ਰਹੀ ਹੈ? ਕਿਉਂਕਿ 4.5 ਸਾਲ ਹੋ ਗਏ ਨੇ, ਤਦ ਆਮ ਆਦਮੀ ਪਾਰਟੀ ਨੇ ਕੋਈ ਚਾਰਾਜ਼ੋਈ ਕਿਉਂ ਨਹੀਂ ਕੀਤੀ? ਹੁਣ ਜਦੋਂ ਇਲੈਕਸ਼ਨ ਨੇੜੇ ਨੇ 2027 ਦੀਆਂ, ਤਾਂ ਆਮ ਆਦਮੀ ਪਾਰਟੀ ਹੁਣ ਇਹ ਗੱਲਾਂ ਕਿਉਂ ਕਰ ਰਹੀ ਹੈ? ਕਈ ਸਵਾਲ ਖੜੇ ਹੋ ਰਹੇ ਨੇ। ਕਾਂਗਰਸ ਕਹਿੰਦੀ ਹੈ ਕਿ ਅਸੀਂ ਵਾਰ-ਵਾਰ ਚਿੱਠੀਆਂ ਲਿਖੀਆਂ ਪਰ ਸਾਡੀ ਸੁਣਵਾਈ ਨਹੀਂ ਹੋਈ, ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸ ਨੇ ਕੁਝ ਕਿਉਂ ਨਹੀਂ ਕੀਤਾ? ਸਵਾਲ ਇਹ ਵੀ ਹੈ। ਅਕਾਲੀ ਦਲ ਦੇ ਤਾਂ ਖੈਰ ਇਲਜ਼ਾਮ ਸਭ ਨੂੰ ਲੱਗਦੇ ਹੀ ਰਹੇ ਨੇ। ਕਦੋਂ ਖੁੱਲੇ, ਕਦੋਂ ਹੋਵੇਗੀ ਸੱਚ ਦਾ ਸਾਹਮਣਾ, ਕਦੋਂ ਸੱਚ ਸਾਹਮਣੇ ਆਏਗਾ? ਜਿਹੜੀ ਰਿਪੋਰਟ ਗਵਾਚ ਗਈ ਹੈ ਕੀ ਕਦੇ ਉਹ ਜਨਤਾ ਦੇ ਸਾਹਮਣੇ ਵੀ ਆਏਗੀ? ਕਿਉਂਕਿ ਜਸਟਿਸ ਗੁਰਨਾਮ ਸਿੰਘ ਦੇ ਵੱਲੋਂ ਜੋ ਆਪਣੀ ਰਿਪੋਰਟ ਦਿੱਤੀ ਗਈ ਸੀ ਉਹ ਸਭ ਦਾ ਹਿੱਸਾ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ 2001 ਚ ਪੇਸ਼ ਕਰ ਦਿੱਤਾ ਗਿਆ ਸੀ ਤੇ ਅੱਧੇ ਹਿੱਸੇ ਨੂੰ ਕਿਹਾ ਗਿਆ ਸੀ ਕਿ ਉਹ ਰਿਪੋਰਟ ਗਵਾਚ ਗਈ ਹੈ, ਜਿਸ ਦੇ ਵਿੱਚ ਸਮੇਂ ਦੇ ਅਧਿਕਾਰੀਆਂ ਦੇ ਨਾਮ ਸਨ। ਪੂਰੀ ਹੀ ਜਾਣਕਾਰੀ ਉਸ ਰਿਪੋਰਟ ਦੇ ਵਿੱਚ ਸੀ। ਆਖਰਕਾਰ ਉਹ ਰਿਪੋਰਟ ਕਿੱਧਰ ਗਈ? ਆਸਮਾਨ ਖਾ ਗਿਆ ਜਾਂ ਜ਼ਮੀਨ ਨਿਗਲ ਗਈ? ਆਖਰਕਾਰ ਕਿਤੇ ਤਾਂ ਰਿਪੋਰਟ ਹੋਏਗੀ, ਕਿਧਰੇ ਤਾਂ ਉਸ ਨੂੰ ਬਿਲੇ ਲਾਇਆ ਗਿਆ ਹੋਏਗਾ, ਕੁਝ ਤਾਂ ਮਿਲੇਗਾ। ਜਾਂ ਫਿਰ ਸਾਡੇ ਅਧਿਕਾਰੀ ਵੀ ਕੰਮ ਕਰਨਾ ਹੀ ਨਹੀਂ ਚਾਹੁੰਦੇ, ਕੋਈ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਸਹੀ ਤਰੀਕੇ ਨਾਲ ਕਰਨਾ ਹੀ ਨਹੀਂ ਚਾਹੁੰਦੇ ਕਿ ਜੀ ਜੋ ਸਰਕਾਰ ਆਉਂਦੀ ਹੈ ਮੁੱਦਾ ਚੁੱਕਦੀ ਹੈ, ਆਪਣਾ ਫਾਇਦਾ ਦੇਖਦੀ ਹੈ, ਪਰਿਵਾਰਾਂ ਨੂੰ ਤੰਗ ਕਰਦੀ ਹੈ, ਮੁੱਦਾ ਫਿਰ ਬੰਦ ਹੋ ਜਾਂਦਾ ਜਦੋਂ ਵੋਟਾਂ ਪੈਣੀਆਂ ਨੇ। ਆਖਰਕਾਰ ਵੋਟਾਂ ਦੇ ਨੇੜੇ ਹੀ ਇਹ ਬੇਅਦਬੀ ਆ ਲੱਗੇ ਪਰ ਗੋਲੀ ਕਾਂਡ ਵਰਗੇ ਮੁੱਦੇ ਕਿਉਂ ਉੱਭਰਦੇ ਨੇ? ਜਦੋਂ ਵੋਟਾਂ ਪੈ ਜਾਂਦੀਆਂ ਨੇ ਤਾਂ ਸਭ ਕੁਝ ਸ਼ਾਂਤ ਹੋ ਜਾਂਦਾ। ਕਿਉਂ? ਇਨਸਾਫ ਵੋਟਾਂ ਦਾ ਰਿਜ਼ਲਟ ਹੋਣ ਤੋਂ ਤੁਰੰਤ ਬਾਅਦ ਨਹੀਂ ਦਿੱਤਾ ਜਾਂਦਾ। ਆਖਿਰਕਾਰ ਵੋਟਾਂ ਲੱਗ ਕੇ ਆ ਕੇ ਹੀ ਇਹ ਸਭ ਕੁਝ ਕਿਉਂ ਹੁੰਦਾ ਹੈ? ਨਕੋਦਰ ਗੋਲੀकांड ਨੂੰ 40 ਸਾਲ ਹੋ ਗਏ। 4 ਸਿੱਖ ਨੌਜਵਾਨ ਮਾਰੇ ਗਏ। ਕੋਟਕਪੂਰਾ ਗੋਲੀकांड ਨੂੰ, ਬਾਬਲ ਕਲਾਂ ਗੋਲੀकांड ਨੂੰ 10 ਸਾਲ ਹੋ ਵਾਲੇ ਨੇ। 2 ਸਿੱਖ ਨੌਜਵਾਨ ਮਾਰੇ ਗਏ ਪਰ ਹਾਲੇ ਇਨਸਾਫ ਕਿਸੇ ਨੂੰ ਵੀ ਨਹੀਂ ਮਿਲਿਆ। ਜਾਂ ਫਿਰ ਪੋਲੀਟੀਕਲ ਪਾਰਟੀਆਂ ਨੂੰ ਪਤਾ ਹੈ
ਕਿ ਅਸੀਂ ਏਦਾਂ ਖੇਡ ਸਕਦੇ ਹਾਂ, ਇਨਸਾਫ ਭਾਵੇਂ ਨਾ ਦਿਓ ਨਾ ਮਿਲੇ, ਏਦਾਂ ਕਰਕੇ ਚੀਜ਼ਾਂ ਹੋ ਜਾਂਦੀਆਂ ਨੇ। ਜਾਂ ਉਹ ਪੱਕੇ ਖਿਡਾਰੀ ਨੇ ਜਾਂ ਫਿਰ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਲੀਡਰ ਬਖੂਬੀ ਕਰਨਾ ਚਾਹੁੰਦੇ ਨੇ। ਜਦੋਂ ਨਕੋਦਰ ਕਾਂਡ ਹੋਇਆ ਸੀ ਉਦੋਂ ਸੁਰਜੀਤ ਸਿੰਘ ਬਰਨਾਲਾ ਸੀਐਮ ਸਨ। ਜਸਟਿਸ ਗੁਰਨਾਮ ਸਿੰਘ ਨੂੰ ਸੌਂਪਿਆ ਗਿਆ ਇਸ ਦੀ ਜਾਂਚ ਦਾ ਜ਼ਿੰਮਾ ਹਾਈ ਕੋਰਟ ਦੇ ਜੱਜ ਸਾਹਿਬ। ਉਹਨਾਂ ਨੇ ਜਾਂਚ ਕੀਤੀ ਹੈ ਤੇ ਰਿਪੋਰਟ ਦੇ ਦਿੱਤੀ। ਰਿਪੋਰਟ ਦੱਬੀ ਰੱਖੀ 32 ਸਾਲ। 32 ਸਾਲ ਭਾਫ ਤੱਕ ਨਹੀਂ ਲੱਗੀ ਕਿ ਉਸ ਰਿਪੋਰਟ ਦੇ ਵਿੱਚ ਕੀ ਸੀ। 32 ਸਾਲਾਂ ਦੇ ਬਾਅਦ ਅੱਧਾ ਹਿੱਸਾ ਪੇਸ਼ ਕਰ ਦਿੱਤਾ ਗਿਆ, ਅੱਧਾ ਹਿੱਸਾ ਫਿਰ ਦੱਬ ਲਿਆ ਗਿਆ ਜੀ। ਉਹ ਤੇ ਗਵਾਚ ਗਿਆ। ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਆਖਿਆ ਜੇ ਗਵਾਚਿਆ ਸੀ ਤਾਂ ਭਾਈ ਲੱਭੋ ਉਸ ਨੂੰ, ਉਹ ਜ਼ਿੰਮੇਵਾਰੀ ਕਿਸ ਦੀ ਸੀ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਹਰ ਵਾਰ ਹੀ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜੋ ਸਹਿ ਦਰਦ ਦੇ ਜਾਂਦਾ ਹੈ। ਕਹਿ ਗੱਲਾਂ ਹੋ ਜਾਂਦੀਆਂ, ਪਰ ਉਹ ਦਰਦ ਖਤਮ ਕਦੋਂ ਹੋਏਗਾ, ਉਹ ਪੀੜਾ ਕਦੋਂ ਖਤਮ ਹੋਏਗੀ, ਉਹ ਜੋ ਜਸਟਿਸ ਡਿਲੇਡ ਹੈ ਉਹ ਜਸਟਿਸ ਕਦੋਂ ਮਿਲੇਗਾ। ਕਦੇ ਮਿਲੇਗਾ ਵੀ ਇਨਸਾਫ ਜਾਂ ਫਿਰ ਨਹੀਂ ਮਿਲੇਗਾ। ਇਨਸਾਫ ਮੰਗਦੇ ਮੰਗਦੇ ਪਰਿਵਾਰਕ ਮੈਂਬਰ ਵੀ ਟੁੱਟ ਜਾਣਗੇ। ਲੜਾਈਆਂ ਲੜਦੇ ਲੜਦੇ ਪਰਿਵਾਰਕ ਮੈਂਬਰ ਬੁੱਢੇ ਹੋ ਜਾਣਗੇ, ਪਰ ਇਨਸਾਫ ਨਹੀਂ। ਹੱਥ ਖਾਲੀ ਕਿਉਂ ਹੁੰਦੇ ਨੇ ਹਰ ਵਾਰ? ਕੀ ਕਦੇ ਕੋਈ ਝੋਲੀ ਭਰ ਕੇ ਵੀ ਉੱਠਦਾ ਹੈ ਕਿ ਜੀ ਆਹ ਚੀਜ਼ ਸੀ, ਆਹ ਦੋਸ਼ੀ ਸੀ, ਅਸੀਂ ਇਹਨਾਂ ਨੂੰ ਸਜ਼ਾਵਾਂ ਦੇ ਰਹੇ ਹਾਂ? ਅਜਿਹਾ ਕਿਉਂ ਹੈ? ਕਿਉਂ ਉਹਨਾਂ ਮੌਜੂਦਾ ਆਫਿਸਰਸ ਦੇ, ਚਾਹੇ ਉਹ ਕੋਟਕਪੂਰਾ ਗੋਲੀकांड ਦੇ ਹੋਣ ਜਾਂ ਫਿਰ ਬਹਿਬਲ ਕਲਾਂ ਗੋਲੀकांड ਨਾਲ ਸੰਬੰਧਿਤ ਹੋਣ ਜਾਂ ਫਿਰ ਨਕੋਦਰ ਗੋਲੀकांड ਨਾਲ ਸੰਬੰਧਿਤ ਹੋਣ, ਉਹਨਾਂ ਅਫਸਰਾਂ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਹੁੰਦੀ? ਕਿਉਂ ਉਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਕੋਈ ਸਜ਼ਾ ਨਹੀਂ ਮਿਲਦੀ ਜੋ ਮੌਕੇ ਤੇ ਮੌਜੂਦ ਹੁੰਦੇ ਨੇ? ਚਰਨਜੀਤ ਸ਼ਰਮਾ ਵਰਗੇ ਅਧਿਕਾਰੀ, ਉਮਰਾਂ ਨੰਗਲ ਜਾਂ ਕੁਝ ਹੋਰ ਅਧਿਕਾਰੀ ਜਿਹੜੇ ਕੋਟਕਪੂਰੇ ਬਹਿਬਲ ਕਲਾਂ ਦੇ ਵੇਲੇ ਮੌਜੂਦ ਸੀ ਜਾਂ ਫਿਰ ਨਕੋਦਰ ਵੇਲੇ, ADCD ਦਰਬਾਰਾ ਸਿੰਘ ਗੁਰੂ, ਇਜ਼ਹਾਰ ਆਲਮ SSP ਜੋ ਹੁਣ ਫੌਤ ਹੋ ਚੁੱਕੇ ਨੇ ਪਿੱਛੇ ਜੇ, ਉਹ ਲੋਕ ਚਲੇ ਗਏ ਜਾਨੋਂ ਜਿਨ੍ਹਾਂ ਦੇ ਨਾਮ ਸੀਗੇ ਜੀ ਰਿਪੋਰਟ ਦੇ ਵਿੱਚ ਕਈ ਜਾਂਦਾ। ਪਰ ਹੋਇਆ ਕੀ ਹੈ? ਕੁਝ ਵੀ ਨਹੀਂ ਹੋਇਆ। ਸਰਕਾਰਾਂ ਆਉਂਦੀਆਂ ਨੇ, ਸੌ ਜਾਂਦੀਆਂ ਨੇ, ਵੋਟਾਂ ਨੇੜੇ ਜਾਗ ਪੈਂਦੀਆਂ ਨੇ, ਰੌਲਾ ਹਾਹੋਲਾ ਕਰਦੀਆਂ ਨੇ, ਫਿਰ ਸੌ ਜਾਂਦੀਆਂ ਨੇ। ਪਰ ਜਿਹੜੀ ਸਰਕਾਰ ਬਣਦੀ ਉਹਨੂੰ ਕੁਝ ਪਈ ਨਹੀਂ ਹੁੰਦੀ। ਵਾਅਦੇ ਕੀ ਕੀਤੇ ਨੇ ਉਹ ਚੇਤੇ ਨਹੀਂ ਰਹਿੰਦੇ। ਸਾਡੇ ਲੀਡਰਾਂ ਦੀ ਯਾਦਾਸ਼ਤ ਇੰਨੀ ਕਮਜ਼ੋਰ ਹੈ ਕਿ ਵਾਅਦੇ ਕੀਤੇ ਭੁੱਲ ਜਾਂਦੇ ਨੇ, ਔਰ ਕਈ ਲੀਡਰ ਤਾਂ ਬਾਅਦ ਵਿੱਚ ਲੋਕਾਂ ਦੇ ਫੋਨ ਚੁੱਕਣੇ ਬੰਦ ਕਰ ਦਿੰਦੇ ਨੇ, ਮੀਡੀਆ ਇੰਟਰੈਕਸ਼ਨ ਵੀ ਬੰਦ ਹੋ ਜਾਂਦੀਆਂ ਨੇ। ਉਹਨਾਂ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੇ ਆਪਣੀ ਕਈ ਗੱਲ ਦਾ ਹੀ ਜਵਾਬ ਦੇਣ ਲਈ ਮੀਡੀਆ ਦੇ ਵਿੱਚ ਵੀ ਨਹੀਂ ਆਉਂਦੇ? ਹੁਣ ਆਮ ਆਦਮੀ ਪਾਰਟੀ ਹੈ, ਕਹਿੰਦੇ ਨੇ ਜੀ ਅਸੀਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਇਹ ਗੱਲ ਕੀਤੀ ਹੈ, ਜਾਂਚ ਹੋਏਗੀ, ਸਿਲੈਕਟ ਕਮੇਟੀ ਬਣਾਈ ਗਈ ਹੈ ਇੰਦਰਪ੍ਰੀਤ ਸਿੰਘ ਨਿੱਜਰ ਦੀ ਅਗਵਾਈ ਦੇ ਵਿੱਚ। ਪਰ ਜਾਂਚ ਤੇ ਹੋ ਜਾਏਗੀ, ਸਾਫ਼ ਕਦੋਂ ਮਿਲੇਗਾ? ਵੋਟਾਂ ਪਾਣੀਆਂ ਨਹੀਂ, ਉਹ ਤੇ ਭਵਿੱਖ ਦੇ ਗਰਭ ਦੇ ਵਿੱਚ ਹੈ ਕਿ ਸਰਕਾਰ ਕਿਹਦੀ ਬਣੇਗੀ। ਤੁਸੀਂ 4.5 ਸਾਲਾਂ ਦੇ ਵਿੱਚ ਕੀ ਕਰ ਲਿਆ? ਇਹ ਸ਼ੁਰੂਆਤ ਵਿੱਚ ਕਿਉਂ ਨਹੀਂ ਹੋਈਆਂ ਇਹ ਚੀਜ਼ਾਂ? ਹਮੇਸ਼ਾ ਲੋਕਾਂ ਨੂੰ ਹੀ ਕਿਉਂ ਮੂਰਖ ਬਣਾਇਆ ਜਾਂਦਾ ਹੈ? ਕਿ ਕੋਈ ਅਜਿਹਾ ਕਾਨੂੰਨ ਨਹੀਂ ਹੈ ਕਿ ਤਟਫਟ ਕਾਰਵਾਈ ਹੋਵੇ, ਤੁਰੰਤ ਕਾਰਵਾਈ ਹੋਵੇ, ਐਕਸ਼ਨ ਟੇਕਨ ਹੋਵੇ, ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ। ਜੋ ਪੀੜਤ ਨੇ ਉਹ ਰੋਂਦੇ ਫਿਰਦੇ ਨੇ, ਜੋ ਜ਼ਿੰਮੇਵਾਰ ਨੇ ਉਹ ਹੱਸਦੇ ਫਿਰਦੇ ਨੇ। ਇਹ ਕਿਸ ਤਰ੍ਹਾਂ ਦਾ ਇਨਸਾਫ ਹੈ ਸਾਡੇ ਦੇਸ਼ ਦੇ ਵਿੱਚ? ਕਿ ਸਿੱਖਾਂ ਨੂੰ ਵੀ ਕਦੇ ਇਨਸਾਫ ਮਿਲੇਗਾ ਜਾਂ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਮਿਲੇਗਾ? ਇਸੇ ਤਰ੍ਹਾਂ ਸਿੱਖਾਂ ਦੇ ਨਾਲ ਇਨਜਸਟਿਸ ਹੁੰਦਾ ਰਹੇਗਾ ਕਿ ਕਦੇ ਉਹ ਨੌਜਵਾਨ ਜੋ ਮਾਰੇ ਗਏ, ਜੋ ਸ਼ਹੀਦ ਹੋ ਗਏ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪਹੁੰਚੇਗੀ? ਉਹਨਾਂ ਨੂੰ ਇਨਸਾਫ ਮਿਲੇਗਾ ਕਦੇ? ਜਾਂ ਫਿਰ ਏਦਾਂ ਹੀ ਲੰਮਾ ਸਮਾਂ ਲੰਘ ਜਾਏਗਾ? 40 ਸਾਲ ਬੀਤ ਗਏ ਨੇ, ਅੱਗੋਂ ਹੋਰ 40 ਲੰਘ ਜਾਣਗੇ, ਸਾਨੂੰ ਪਤਾ ਨਹੀਂ। ਜਾਂ ਫਿਰ ਵਾਕਈ ਹੀ ਆਮ ਆਦਮੀ ਪਾਰਟੀ ਕੁਝ ਅਜਿਹਾ ਕਰ ਦਿਖਾਏਗੀ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ਬਹੁਤ ਜਲਦੀ, ਜਾਂ ਫਿਰ ਨਹੀਂ, ਕੁਝ ਵੀ ਨਹੀਂ ਹੋਏਗਾ। ਇਹ ਖੈਰ ਵੇਖਣਾ ਹੋਏਗਾ ਕਿ ਵਾਕਿਆ ਹੀ ਮਨਸ਼ਾ ਆਮ ਆਦਮੀ ਪਾਰਟੀ ਦੀ ਸਾਫ਼ ਸੀ ਜਾਂ ਫਿਰ ਇਹ ਵੀ ਪੋਲੀਟੀਕਲ ਹੀ ਡਰਾਮਾ ਸੀ। ਇਹ ਥੋੜੇ ਚਿਰ ਦੇ ਵਿੱਚ ਹੀ ਪਤਾ ਲੱਗ ਜਾਣਾ। ਪਰ ਹੁਣ ਸਵਾਲ ਇਹ ਹੈ ਕਿ ਆਖਰਕਾਰ ਇਹ ਸਭ ਰੁਕੇਗਾ ਕਦੋਂ? ਬੇਅਦਬੀਆਂ ਕਦੋਂ ਰੁਕਣਗੀਆਂ? ਭੀੜਾਂ ਤੇ ਗੋਲੀ ਚੱਲਣੀਆਂ ਕਦੋਂ ਰੁਕਣਗੀਆਂ? ਜ਼ਿੰਮੇਵਾਰਾਂ ਨੂੰ ਕਦੋਂ ਸਜ਼ਾਵਾਂ ਮਿਲਣਗੀਆਂ? ਇਹ ਸਵਾਲ ਨੇ ਕਿ ਵਾਕਿਆ ਹੀ ਲੋਕ ਵਿਚਾਰੇ ਜੋ ਦਰ ਭਟਕ ਰਹੇ ਨੇ, ਭਟਕੀ ਜਾ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਮਿਲੇ, ਕਦੇ ਉਸ ਦਰ ਕਦੇ ਉਸ ਦਰ, ਕਿ ਉਹਨਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ। ਸ਼ਰਮ ਲਿਹਾਜ਼ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।
ਕਿ ਲਾਹਣਤਾਂ ਇੰਨੀਆਂ ਕਾਫੀ ਨਹੀਂ ਹੁੰਦੀਆਂ ਜਾਂ ਸਾਡੇ ਲੀਡਰ ਬਸ਼ਰਮ ਹੋ ਚੁੱਕੇ ਨੇ? ਸਵਾਲ ਇਹ ਵੀ ਖੜਾ ਹੁੰਦਾ। 4 ਫਰਵਰੀ 1986 ਨੂੰ ਇਹ ਹੋਇਆ ਸੀ ਤੇ 40 ਸਾਲ ਦਾ ਸਮਾਂ ਟੱਪ ਚੁੱਕਿਆ ਹੈ, ਕਿਉਂਕਿ ਹੁਣ ਅਪ੍ਰੈਲ 2026 ਚੱਲ ਰਿਹਾ ਹੈ। 40 ਸਾਲਾਂ ਚ ਕਿਸੇ ਨੇ ਕੁਝ ਨਹੀਂ ਕੀਤਾ, ਹੁਣ 6 ਮਹੀਨਿਆਂ ਦੇ ਵਿੱਚ ਕੀ ਵਾਕਿਆ ਹੀ ਕੁਝ ਵੱਡੀ ਕਰਾਮਾਤ ਆਮ ਆਦਮੀ ਪਾਰਟੀ ਕਰੇਗੀ? ਸਵਾਲ ਇਹ ਖੜਾ ਹੁੰਦਾ ਹੈ। ਜਿਨ੍ਹਾਂ ਨੂੰ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਦੀ ਭੂਮਿਕਾ ਸੀ, ਗੋਲੀ ਦੇ ਆਰਡਰ ਕਿਸ ਨੇ ਦਿੱਤੇ, ਹਲੇ ਤੱਕ ਇਹ ਤੱਕ ਨਹੀਂ ਪਤਾ ਲਾ ਸਕੀਆਂ ਸਰਕਾਰਾਂ ਸਾਡੀਆਂ। ਅਸੀਂ ਕਿਸ ਹੱਕ ਦੇ ਨਾਲ ਉਹਨਾਂ ਨੂੰ ਕਹਿੰਦੇ ਜੀ ਸਾਡੇ ਲੀਡਰ ਬੜੇ ਚੰਗੇ ਨੇ, ਅਸੀਂ ਉਹਨਾਂ ਨੂੰ ਵੋਟਾਂ ਪਾ ਦਿੰਦੇ ਆ, ਉਹਨਾਂ ਤੋਂ ਇਨਸਾਫ ਦੀ ਜਿਹੜੀ ਉਮੀਦ ਲਾ ਕੇ ਰੱਖਦੇ ਆ, ਪਰ ਨਹੀਂ, ਸਾਡੇ ਲੀਡਰ ਸਾਡੇ ਲਈ ਕੀ ਕਰਦੇ ਨੇ? ਹਾਂ, ਕੁਝ ਸਮੇਂ ਤੋਂ ਲੋਕਾਂ ਨੂੰ ਮੁਫਤ ਖੋਰੇ ਜ਼ਰੂਰ ਬਣਾ ਰਹੀਆਂ ਨੇ ਸਰਕਾਰਾਂ ਕਿ ਇਹਨਾਂ ਦੇ ਮੂੰਹ ਬੰਦ ਕਰ ਦਿਓ, ਕੁਝ ਬੋਲਣ ਨਹੀਂ ਨਾ। ਪਰ ਹੋਇਆ ਕੀ ਹੈ? ਕੁਝ ਵੀ ਨਹੀਂ। ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਤਾਂ ਖੈਰ ਰਿਜ਼ਲਟ ਜ਼ੀਰੋ ਹੀ ਆਖਿਆ ਜਾ ਸਕਦਾ ਹੈ, ਚਾਹੇ ਨਕੋਦਰ ਗੋਲੀकांड ਹੈ, ਚਾਹੇ ਕੋਟਕਪੂਰਾ ਗੋਲੀकांड ਹੈ, ਜਾਂ ਫਿਰ ਮੌੜ ਮੰਡੀ ਬੰਬ ਧਮਾਕਾ ਹੈ। ਉਸ ਦੇ ਵਿੱਚ ਵੀ ਕੀ ਹੋਇਆ ਹੈ? ਵਿਧਾਨ ਸਭਾ ਇਲੈਕਸ਼ਨ ਸੀ, ਉਸਦੇ ਨੇੜੇ ਹਰਮਿੰਦਰ ਸਿੰਘ ਜੱਸੀ ਦੀ ਰੈਲੀ ਸੀ, ਉਦੋਂ ਬੰਬ ਫਟਿਆ ਸੀ, ਕੁੱਕਰ ਬੰਬ। 7 ਜਾਣੇ ਮਾਰੇ ਗਏ ਸੀ, ਬੱਚੇ ਵੀ ਸ਼ਾਮਲ ਸੀ। ਹਲੇ ਤੱਕ ਇਨਸਾਫ ਨਹੀਂ ਮਿਲਿਆ। ਹੁਣ ਵੇਖਣਾ ਹੋਏਗਾ ਕਿ ਵਾਕਿਆ ਹੀ ਇਹ ਸਿਰਫ ਰੌਲਾ ਰੱਪਾ ਹੀ ਵਿਧਾਨ ਸਭਾ ਤੱਕ ਹੀ ਸੀਮਤ ਰਹਿੰਦਾ ਜਾਂ ਕੁਝ ਬਣਦਾ ਵੀ ਹੈ। ਇਹ ਖੈਰ ਆਉਂਦੇ ਦਿਨਾਂ ਦੇ ਵਿੱਚ ਪਤਾ ਚੱਲ ਜਾਏਗਾ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ ਜਸ ਪੰਜਾਬੀ ਟੀਵੀ ਦੇ ਨਾਲ। ਇਜਾਜ਼ਤ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।